Welcome to all of you in this live program. ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਹੈ। ਇਹ ਪ੍ਰੋਗਰਾਮ ਬ੍ਰਿਲਸ ਐਕਸਪ੍ਰੈਸ ਨਿਊਜ਼ਪੇਪਰ ਦੁਆਰਾ ਖਾਸ ਤੌਰ ਤੇ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਬ੍ਰਿਲਸ ਐਕਸਪ੍ਰੈਸ ਦੁਨੀਆ ਦਾ ਇੱਕੋ ਇੱਕ ਅਜਿਹਾ ਨਿਊਜ਼ਪੇਪਰ ਹੈ ਜਿਸ ਵਿੱਚ ਛਪਦੀ ਹੈ ਹਰ ਇੱਕ ਇੰਗਲਿਸ਼ ਦੀ ਨਿਊਜ਼ ਆਈਟਮ ਦੇ ਨਾਲ ਹਿੰਦੀ ਦੇ ਵਿੱਚ ਟ੍ਰਾਂਸਲੇਸ਼ਨ। ਸਿਰਫ ਇੰਨਾ ਹੀ ਨਹੀਂ, ਬ੍ਰਿਲਸ ਐਕਸਪ੍ਰੈਸ ਨਿਊਜ਼ਪੇਪਰ ਦੇ ਵਿੱਚ ਹਰੇਕ ਖਬਰ ਦੇ ਨੀਚੇ ਦਿੱਤੇ ਹਨ ਉਹਦੇ ਔਖੇ ਸ਼ਬਦਾਂ ਦੇ ਅਰਥ। ਸੋ ਇਹ ਨਿਊਜ਼ਪੇਪਰ ਜਿਹੜੇ ਲੋਕ ਜਾਂ ਸਟੂਡੈਂਟਸ ਅਖਬਾਰ ਪੜ੍ਹਨਾ ਸਿੱਖਣਾ ਚਾਹੁੰਦੇ ਹਨ ਉਹਨਾਂ ਲਈ ਇਹ ਨਿਊਜ਼ਪੇਪਰ ਬਹੁਤ ਹੀ ਫਾਇਦੇਮੰਦ ਹੈ। ਸਿਰਫ ਇੰਨਾ ਹੀ ਨਹੀਂ, ਇਸ ਨਿਊਜ਼ਪੇਪਰ ਵਿੱਚ ਇੱਕ ਪੇਜ ਅਸੀਂ ਬਣਾਉਂਦੇ ਹਾਂ ਜਨਰਲ ਇੰਗਲਿਸ਼ ਫॉर ਆਲ ਦਾ। ਇਸ ਪੇਜ ਵਿੱਚ ਬਹੁਤ ਸਾਰੀਆਂ ਗ੍ਰਾਮਰ ਦੀਆਂ ਚੀਜ਼ਾਂ, ਵੋਕੈਬਲਰੀ, ਇਡੀਅਮਸ, ਫਰੇਜ਼ਲ ਵਰਬਸ, ਬਹੁਤ ਕੁਝ ਲਿਖਿਆ ਹੁੰਦਾ ਹੈ ਜੋ ਕਿ ਜਿਹੜੇ ਸਟੂਡੈਂਟਸ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰ ਰਹੇ ਨੇ, ਖਾਸ ਤੌਰ ਤੇ ਜਿਵੇਂ ਆਇਲਟਸ ਵਗੈਰਾ ਦੀ ਤਿਆਰੀ ਕਰ ਰਹੇ ਨੇ, ਉਹਨਾਂ ਸਟੂਡੈਂਟਸ ਲਈ this page is immensely helpful, ਬਹੁਤ ਹੈਲਪਫੁਲ ਹੈ। ਤਾਂ ਅੱਜ ਦੇ ਇਸ ਪ੍ਰੋਗਰਾਮ ਵਿੱਚ ਫਿਰ ਤੋਂ ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਹੈ ਤੇ ਫਿਰ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰਵਾਉਣ ਜਾ ਰਿਹਾ ਹਾਂ ਤੁਹਾਨੂੰ ਅਖਬਾਰਾਂ ਵਿੱਚ ਵਰਤੇ ਜਾਣ ਵਾਲੇ ਆਮ ਐਕਸਪ੍ਰੈਸ਼ਨਸ, ਵਰਡਸ ਜੋ ਕਿ ਨਿਊਜ਼ਪੇਪਰਸ ਵਿੱਚ ਬਹੁਤ ਜ਼ਿਆਦਾ ਆਉਂਦੇ ਹਨ ਤੇ ਸਾਨੂੰ ਕਈ ਵਾਰ ਸਮਝ ਨਹੀਂ ਆਉਂਦੇ। ਤਾਂ ਇੰਗਲਿਸ਼ ਦਾ ਨਿਊਜ਼ਪੇਪਰ ਕਿਵੇਂ ਪੜ੍ਹਨਾ ਹੈ, ਨਿਊਜ਼ਪੇਪਰ ਪੜ੍ਹਨ ਲਈ ਕਿੰਨਾ ਦਿੱਕਤਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ, ਉਹ ਇਹਦੇ ਵਿੱਚ ਮੈਂ ਦੱਸਣ ਜਾ ਰਿਹਾ ਹਾਂ। ਤਾਂ ਅੱਜ ਦੇ ਇਸ ਐਪੀਸੋਡ ਵਿੱਚ ਆਪਾਂ ਜ਼ਿਆਦਾਤਰ ਪੜਾਂਗੇ ਹੈਡਲਾਈਨਸ ਨਾਲ ਰਿਲੇਟਡ ਚੀਜ਼ਾਂ। ਬਹੁਤ ਵਾਰੀ ਮੈਂ ਦੇਖਿਆ ਕਿ ਕਈ ਹੈਡਲਾਈਨਸ ਬਹੁਤ ਆਮ ਆਉਂਦੀਆਂ ਨੇ ਨਿਊਜ਼ਪੇਪਰ ਦੇ ਵਿੱਚ ਤੇ ਕਈ ਵਾਰੀ ਉਹ ਸਮਝ ਨਹੀਂ ਆਉਂਦੀਆਂ ਸਾਨੂੰ, ਤੇ ਉਸੇ ਹੀ ਚੀਜ਼ ਨੂੰ ਮੈਂ ਹੁਣ ਸਮਝਾਉਣ ਜਾ ਰਿਹਾ ਹਾਂ। ਸਾਡੀ ਅੱਜ ਦੀ ਪਹਿਲੀ ਹੈਡਲਾਈਨ ਹੈ, ਇਹਨੂੰ ਨੋਟ ਕਰਨਾ ਹੈ। ਮੰਨ ਲਓ ਨਿਊਜ਼ਪੇਪਰ ਦੇ ਵਿੱਚ ਇਹ ਹੈਡਲਾਈਨ ਆ ਜਾਵੇ, restaurant owner in soup। ਪਹਿਲੀ ਚੀਜ਼ ਤਾਂ ਮੈਂ ਤੁਹਾਨੂੰ ਇਹ ਦੱਸ ਦੇਵਾਂ, ਆਮ ਤੌਰ ਤੇ ਹੈਡਲਾਈਨਸ ਦੇ ਵਿੱਚ ਕੀ ਹੁੰਦਾ ਹੈ, ਹੈਲਪਿੰਗ ਵਰਬਸ ਅਕਸਰ ਕਈ ਵਾਰ ਬਾਹਰ ਕੱਢ ਦਿੰਦੇ ਨੇ। ਆਮ ਤੌਰ ਤੇ ਆਰਟੀਕਲਸ ਕਈ ਵਾਰੀ ਉਹ ਬਾਹਰ ਕੱਢ ਦਿੰਦੇ ਆਮ ਤੌਰ ਤੇ ਕਿਹਾ ਮੈਨੇ। ਹੁਣ ਮੰਨ ਲਓ ਇਹ ਚੀਜ਼ ਨਿਊਜ਼ਪੇਪਰ ਵਿੱਚ ਆ ਜਾਏ, ਇਹ ਚੀਜ਼ ਨਿਊਜ਼ਪੇਪਰ ਚ ਆ ਗਈ, restaurant owner in soup। ਹੁਣ ਆਮ ਤੌਰ ਤੇ ਬਹੁਤ ਸਾਰੇ ਲੋਕਾਂ ਨੂੰ ਇਹ ਸਮਝ ਨਹੀਂ ਆਉਂਦਾ ਕਿ ਇਹਦਾ ਮੀਨਿੰਗ ਕੀ ਬਣ ਗਿਆ, ਕਿਉਂਕਿ ਸਾਨੂੰ ਇਹ ਲੱਗਦਾ ਸੂਪ ਮੀਨ ਸੂਪ, ਵੀ ਜਿਹੜਾ ਰੈਸਟੋਰੈਂਟ ਦਾ ਮਾਲਕ ਹੈ ਇੰਗਲਿਸ਼ ਦੇ ਵਿੱਚ ਹੁੰਦਾ ਹੈ ਰੈਸਟੋਰੈਂਟ ਤੇ ਰੈਸਟੋਰੈਂਟ ਹੁੰਦਾ ਤੇ ਪੰਜਾਬੀ ਹਿੰਦੀ ਚ ਅਸੀਂ ਰੈਸਟੋਰੈਂਟ ਬੋਲਦੇ ਨੇ। ਕਿ ਇਹ ਕੀ ਗੱਲ ਬਣੀ ਜਿਹੜਾ ਕਿ ਰੈਸਟੋਰੈਂਟ ਦਾ ਮਾਲਕ ਆ ਸੂਪ ਵਿੱਚ, ਕੀ ਉਹ ਸੂਪ ਵਿੱਚ ਡਿੱਗ ਪਿਆ, ਕੀ ਉਹ ਸੂਪ ਪੀ ਗਿਆ? ਹੁਣ ਆਮ ਤੌਰ ਤੇ ਅਸੀਂ ਇਹ ਸੋਚਦੇ ਰਹਿੰਦੇ ਹਾਂ ਵੀ ਇਨ ਸੂਪ ਦਾ ਮੀਨਿੰਗ ਕੀ ਹੈ। ਮੈਂ ਤੁਹਾਨੂੰ ਇੱਥੇ ਸਮਝਾਉਣਾ ਹੈ, ਕਦੇ ਵੀ ਇਹ ਹੈਡਲਾਈਨ ਆ ਜਾਵੇ ਇਨ ਸੂਪ ਤਾਂ ਤੁਸੀਂ ਯਾਦ ਰੱਖਣਾ ਇਨ ਸੂਪ ਦਾ ਮਤਲਬ ਹੁੰਦਾ ਅਕਸਰ ਇਹਨੂੰ ਅਸੀਂ ਕਹਿੰਦੇ ਹੁੰਦੇ ਆ ਇਨ ਡਿਫਿਕਲਟੀ, ਮੁਸ਼ਕਿਲ ਦੇ ਵਿੱਚ। ਸੋ ਜਦੋਂ ਕੋਈ ਇਨਸਾਨ, ਜਦੋਂ ਕੋਈ ਵੀ ਚੀਜ਼ ਮੁਸ਼ਕਿਲ ਦੇ ਵਿੱਚ ਹੁੰਦਾ ਤਾਂ ਉਹਨੂੰ ਅਸੀਂ ਇੰਗਲਿਸ਼ ਦੇ ਵਿੱਚ ਕਹਿੰਦੇ ਹੁੰਦੇ ਇਨ ਸੂਪ। ਮੰਨ ਲਓ ਆਪਾਂ ਕਹਿੰਦੇ ਵੀ ਮਿਨਿਸਟਰ ਇਨ ਸੂਪ, ਇਹਦਾ ਮਤਲਬ ਮੰਤਰੀ ਮੁਸ਼ਕਿਲ ਦੇ ਵਿੱਚ। ਸੋ ਤੁਸੀਂ ਯਾਦ ਰੱਖਣਾ ਇਸ ਚੀਜ਼ ਨੂੰ ਕਿ ਜਦੋਂ ਵੀ ਆ ਜਾਵੇ ਇਨ ਸੂਪ ਤਾਂ ਇਨ ਸੂਪ ਦਾ ਮਤਲਬ ਕੀ ਹੁੰਦਾ ਹੈ, ਮੁਸ਼ਕਿਲ ਦੇ ਵਿੱਚ। ਇਨ ਸੂਪ ਦਾ ਮਤਲਬ ਕੀ ਹੁੰਦਾ ਆਪਣੇ ਕੋਲੇ, ਮੁਸ਼ਕਿਲ ਦੇ ਵਿੱਚ। ਸੋ ਇਸ ਤੋਂ ਬਾਅਦ ਮੈਂ ਚੱਲਦਾ ਆਪਣੀ ਸੈਕਿੰਡ ਹੈਡਲਾਈਨ ਦੇ ਉੱਪਰ। ਸੋ ਇਨ ਸੂਪ ਤੋਂ ਬਾਅਦ ਆਪਾਂ ਅੱਗੇ ਵਧਦੇ ਹਾਂ। ਹੁਣ ਤਾਂ ਸਾਡੀ ਨੈਕਸਟ ਹੈਡਲਾਈਨ ਹੈ, ਉਹਨੂੰ ਧਿਆਨ ਨਾਲ ਦੇਖਣਾ ਹੈ। ਤਾਂ ਆਪਾਂ ਹੈਡਲਾਈਨਸ ਦੇ ਬਾਰੇ ਪੜ੍ਹ ਰਹੇ ਹਾਂ। ਸੈਕਿੰਡ ਹੈਡਲਾਈਨ ਆਪਾਂ ਪੜ੍ਹਨ ਜਾ ਰਹੇ ਹਾਂ, ਦਿਸ ਇਜ਼ ਹੋਟਲ ਓਨਰ। ਇਹਨੂੰ ਬਹੁਤ ਸਾਰੇ ਲੋਕ ਹੋਟਲ ਕਹਿੰਦੇ ਨੇ, ਪੰਜਾਬੀ ਹਿੰਦੀ ਚ ਠੀਕ ਹੈ ਹੋਟਲ ਹੁੰਦਾ, ਇੰਗਲਿਸ਼ ਦੇ ਵਿੱਚ ਕਹਿੰਦੇ ਹੋਟਲ। ਹੋਟਲ ਓਨਰ ਇਨ ਪਿਕਲ। ਹੁਣ ਤੁਸੀਂ ਫਿਰ ਸੋਚੋਗੇ, ਆਪਾਂ ਸਾਰੇ ਸੋਚਦੇ ਹਾਂ ਪਿਕਲ ਦਾ ਮਤਲਬ, ਬਹੁਤ ਸਾਰੇ ਲੋਕ ਸੋਚਦੇ ਨੇ ਅਚਾਰ ਹੈ। ਬਿਲਕੁਲ ਹੁੰਦਾ, ਅਚਾਰ ਹੁੰਦਾ। ਜੇ ਸਾਨੂੰ ਸਿਰਫ ਇੰਨਾ ਪਤਾ ਹੈ ਵੀ ਪਿਕਲ ਮੈਨੇ ਅਚਾਰ ਹੁੰਦਾ ਕਿ ਇਹਦਾ ਸਿਰਫ ਇੰਨਾ ਪਤਾ ਵੀ ਪਿਕਲ ਮੈਨੇ ਅਚਾਰ ਹੁੰਦਾ ਤੇ ਹੋਰ ਇਹਦਾ ਮੀਨਿੰਗ ਨਹੀਂ ਪਤਾ, ਤਾਂ ਫਿਰ ਸਾਨੂੰ ਨਿਊਜ਼ਪੇਪਰ ਪੜ੍ਹਨ ਚ ਪ੍ਰੋਬਲਮ ਆਏਗੀ। ਮੰਨ ਲਓ ਹੈਡਿੰਗ ਆ ਗਿਆ ਹੋਟਲ ਓਨਰ ਇਨ ਪਿਕਲ, ਤਾਂ ਤੁਸੀਂ ਯਾਦ ਰੱਖਣਾ ਹੈ ਕਦੇ ਵੀ ਇਨ ਪਿਕਲ ਆ ਜਾਵੇ ਇਹਦਾ ਮਤਲਬ ਵੀ ਹੁੰਦਾ ਹੈ ਮੁਸ਼ਕਿਲ ਵਿੱਚ। ਯੈਸ, ਇਨ ਪਿਕਲ ਦਾ ਮਤਲਬ ਵੀ ਕੀ ਹੁੰਦਾ ਹੈ, ਮੁਸ਼ਕਿਲ ਦੇ ਵਿੱਚ ਹੁੰਦਾ ਹੈ, ਇਨ ਡਿਫਿਕਲਟੀ ਹੁੰਦਾ ਹੈ। ਤਾਂ ਅੱਜ ਆਪਾਂ ਹੁਣ ਦੋ ਚੀਜ਼ਾਂ ਪੜ੍ਹੀਆਂ ਫਿਲਹਾਲ, ਕਿ ਜਦੋਂ ਵੀ ਨਿਊਜ਼ਪੇਪਰ ਦੇ ਵਿੱਚ ਆ ਜਾਵੇ ਇਨ ਪਿਕਲ ਤਾਂ ਆਪਾਂ ਕੀ ਸਮਝਾਂਗੇ ਨਾ ਮੀਨਿੰਗ ਕੀ ਹੈ, ਮੁਸ਼ਕਿਲ ਦੇ ਵਿੱਚ। ਇਨ ਪਿਕਲ ਮੀਨਸ ਮੁਸ਼ਕਿਲ ਦੇ ਵਿੱਚ। ਸੋ ਜਿਹੜਾ ਹੋਟਲ ਦਾ ਮਾਲਕ ਹੈ ਉਹ ਮੁਸ਼ਕਿਲ ਦੇ ਵਿੱਚ ਹੈ। ਸੋ ਦਿਸ ਇਜ਼ ਹੈਡਲਾਈਨ ਨੰਬਰ 2
ਤੇ ਹੁਣ ਆਪਾਂ ਵਾਦੇ ਆਪਣੀ थर्ड हेडलाइन ਦੇ ਵੱਲ। ਤਾਂ ਜਿਹੜੀ ਕਿ ਹੈਡਲਾਈਨ ਕੀ ਹੈ ਇਹਨੂੰ ਧਿਆਨ ਨਾਲ ਦੇਖਣਾ ਹੈ। ਦਿਸ ਇਜ਼, मान लो आ अपने को हेडलाइन आ गई, देखो फिनमेन इन हॉट वाटर। मान लो ये हेडलाइन आ गई साडी न्यूज़पेपर दे विच, फिनमेन इन हॉट वाटर, फिनमेन इन हॉट वाटर। कल भी मैं दस्सिया सी फिनमेन दा मतलब पहली गल तां हुंदा है फाइनेंस मिनिस्टर, जेड़ा साडा वित्त मंत्री हुंदा है। फाइनेंस मिनिस्टर नु असीं की कहने हैं शॉर्टकट, और दी एब्रीविएशन दिस इज फिनमेन, शॉर्ट फॉर्म है जो कि बहुत ज्यादा चल रही है न्यूज़पेपर्स दे विच। फिनमेन इन हॉट वाटर तुसी याद रखना है जदों भी करिया जावे इन हॉट वाटर, इन हॉट वाटर दा मतलब भी हुंदा है मुश्किल विच। यस, आपां मुश्किल विच नहीं पढ़ रहे हैं। सो जे सानू सिर्फ इन्ना होना ना कि मुश्किल विच दी इंग्लिश सिर्फ इन डिफिकल्टी हुंदी है। मान लो बहुत सारे लोगों को ये हुंदा भी मुश्किल विच दी इंग्लिश हुंदी है इन डिफिकल्टी। सिर्फ एनी नॉलेज नाल जे असीं न्यूज़पेपर पढ़ांगे ਤਾਂ ਫਿਰ ਸਾਨੂੰ ਦੇਖੋ ਕਿੰਨੀਆਂ ਚੀਜ਼ਾਂ ਸਮਝ ਨਹੀਂ ਆਉਂਦੀਆਂ। ਅਸੀਂ ਪੜਿਆ ਇਨ ਸੂਪ, ਇਨ ਹੌਟ ਵਾਟਰ, ਇਨ ਪਿਕਲ, ਇਹਨਾਂ ਦਾ ਮੀਨਿੰਗ ਵੀ ਕੀ ਹੁੰਦਾ ਹੈ ਮੁਸ਼ਕਿਲ ਵਿੱਚ ਹੁੰਦਾ ਹੈ। ਇਹਨਾਂ ਦਾ ਮੀਨਿੰਗ ਵੀ ਕੀ ਹੁੰਦਾ ਹੈ ਮੁਸ਼ਕਿਲ ਵਿੱਚ। ਸੋ ਇਨ ਹੌਟ ਵਾਟਰ ਮੀਨਸ ਮੁਸ਼ਕਿਲ ਵਿੱਚ। ਤਾਂ ਇਹਨਾਂ ਦਾ ਮਤਲਬ ਬਣ ਗਿਆ ਕਿ ਜਿਹੜੇ ਫਾਈਨੈਂਸ ਮਿਨਿਸਟਰ ਨੇ ਉਹ ਮੁਸ਼ਕਿਲ ਵਿੱਚ ਨੇ। ਜਸਟ ਆਪਾਂ ਹੈਡਲਾਈਨ ਪੜ੍ਹ ਰਹੇ ਹਾਂ न्यूज़पेपर ਪੜ੍ਹਨਾ ਸਿਖਾਉਣ ਦੇ ਲਈ। ਮੈਂ ਫੇਰ ਦੱਸ ਦੇਵਾਂ हेडलाइंस दे विच अक्सर हेल्पिंग वर्ब्स ਨੂੰ ਬਾਹਰ ਕੱਢ ਦਿੱਤਾ ਜਾਂਦਾ। ਅਕਸਰ ਕਿਹਾ ਮੈਨੇ, ਅਕਸਰ। ਸੋ ਇਹ ਕਹਿਣ ਦੀ ਬਜਾਏ ਫਿਨਮੇਨ ਇਜ਼ ਇਨ ਹੌਟ ਵਾਟਰ, ਤਾਂ ਕਈ ਵਾਰ ਉਹ ਇਜ਼ ਬਾਹਰ ਕੱਢ ਦਿੰਦੇ ਨੇ, ਡਾਇਰੈਕਟ ਲਿਖ ਦਿੰਦੇ ਨੇ ਫਿਨਮੇਨ ਇਨ ਹੌਟ ਵਾਟਰ। ਚਲੋ ਆਪਾਂ ਨੈਕਸਟ ਉੱਪਰ ਚਲੀਏ। ਅੱਛਾ ਇੱਥੇ ਇੱਕ ਚੀਜ਼ ਮੈਂ ਹੋਰ ਦੱਸ ਦੇਵਾਂ, ਇੰਗਲਿਸ਼ ਦੇ ਵਿੱਚ ਇੱਕ ਐਕਸਪ੍ਰੈਸ਼ਨ ਹੋਰ ਹੁੰਦਾ ਹੈ ਇਨ ਅ ਫਿਕਸ। ਇਨ ਅ ਫਿਕਸ ਇੱਕ ਤਰ੍ਹਾਂ ਨਾਲ ਇਹ ਚੌਥੀ ਗੱਲ ਦੱਸ ਰਿਹਾ ਅੱਜ ਦੀ ਮੈਂ, ਜਦੋਂ ਵੀ ਆ ਜਾਵੇ ਇਨ ਅ ਫਿਕਸ, इनर फिक्स आ जावे, तुसी याद रखना है इनर फिक्स का मतलब भी हुंदा है मुश्किल विच। मान लो आपा कहना वे यूनियन लीडर, डमी सेंटेंस है, डमी हेडलाइन है यूनियन लीडर इन अ फिक्स। न्यूज़पेपर विच आ गया यूनियन लीडर इन अ फिक्स, ता यू शुड अंडरस्टैंड, समझ लेना चाहिए कि इन अ फिक्स का मीनिंग किया गया मुश्किल विच। ता कुल मिला के ਅਸੀਂ मुश्किल विच लिए आज चार एक्सप्रेशंस पढ़े, इन सूप, in pickle, in hot water ਤੇ in fix। ਤਾਂ ਇਹ ਸੀਗੇ ਸਾਡੇ ਅੱਜ ਦੇ ਜਿਹੜੀਆਂ 4 ਹੈਡਲਾਈਨਸ ਨੇ। ਹੁਣ ਆਪਾਂ ਚੱਲਦੇ ਹਾਂ ਆਪਣੀ 5th ਹੈਡਲਾਈਨ ਦੇ ਉੱਪਰ। ਸੋ ਆਓ ਆਪਾਂ ਦੇਖੀਏ ਹੁਣ 5th ਹੈਡਲਾਈਨ ਕੀ ਹੈ, ਉਹਨੂੰ ਬੜੇ ਗੌਰ ਨਾਲ ਤੇ ਧਿਆਨ ਨਾਲ ਸੁਣਨਾ ਤੁਸੀਂ। ਮੰਨ ਲਓ ਨਿਊਜ਼ਪੇਪਰ ਵਿੱਚ ਇੱਕ ਹੈਡਲਾਈਨ ਆ ਗਈ, ਦੇਖੋ ਨਿਊ ਸ਼ਾਪਿੰਗ ਮਾਲ, ਨਿਊ ਸ਼ਾਪਿੰਗ ਮਾਲ ਔਨ ਦੀ ਐਨਵਲ। लेट्स सपोज इन न्यूज आ जावे, हेडलाइन बन के आ जावे न्यू शॉपिंग मॉल ऑन द एनवल। हुन बहुत सारे नु समझ नहीं आउंदी, ये तो समझ आ गया कि न्यू शॉपिंग मॉल है, नवा शॉपिंग मॉल है, पर आ गल नहीं कई बार समझ आउंदी कि ऑन द एनवल दा मीनिंग की हुंदा है। मैं तुहानू समझाउणा है, कदे भी आ जावे ऑन द एनवल तो तुसी याद रखना है ऑन द एनवल दा मतलब पता की हुंदा है, इहदा मतलब हुंदा है अंडर कंस्ट्रक्शन। अंडर कंस्ट्रक्शन, अंडर कंस्ट्रक्शन तो भाव है उसारी अधीन, जेड़ी चीज हले कंस्ट्रक्ट नहीं हुई प्रॉपर, हले अंडर कंस्ट्रक्शन है, उसारी अधीन है, और ਅਸੀਂ इंग्लिश ਦੇ ਵਿੱਚ ਕਹਿੰਦੇ ਹੁੰਦੇ ਆ ऑन द एनवल। अच्छा किथों ਪਿਆ वर्ड मैं ਤੁਹਾਨੂੰ ਸਮਝਾਉਣਾ है। ਸਮਝਣਾ ਆਪਾਂ ਨੇ एनवल ਅਸਲ ਦੇ ਵਿੱਚ ਕੀ ਹੁੰਦਾ ਹੈ। ਜਿਵੇਂ ਕੌਬਲਰਸ ਹੁੰਦੇ ਨੇ ਮੋਚੀਆਂ ਕੋਲ, ਇੱਕ एनवल नाम दी एक चीज हुंदी है जिन्हों ਅਸੀਂ आम पंजाबी च आरन बोलते हैं। ਅਸੀਂ एक लोहे का बनया हुंदा है ते ओदे उपर वो कोई शूज रख के, जुत्ती रख के ਉਹਨੂੰ गंढदे ने, ਉਹਦੇ ਉੱਪਰ ਕੋਈ ਕੰਮ ਕਰਦੇ ਨੇ, लोहे का भारी बनया हुंदा, ਉਹਨੂੰ ਅਸੀਂ एनवल कहने अक्सर एनवल। ਤਾਂ पुराने बने हुए देखो मुहावरे ने, ਜਦੋਂ ਆਪਾਂ ਕਹਿੰਦੇ ਆ ਵੀ ਕੋਈ ਚੀਜ਼ ऑन दी एनवल है, ਇਹਦਾ मतलब ਹਲੇ ਉਹਦੇ ਉੱਪਰ ਕੰਮ ਚੱਲ ਰਿਹਾ, ਹਲੇ ਕੰਮ ਪੂਰਾ ਨਹੀਂ ਹੋਇਆ। ਤਾਂ ਉਹ ਤੋਂ ਇੰਗਲਿਸ਼ ਦੇ ਵਿੱਚ ਕੀ ਬਣ ਗਿਆ ऑन दी एनवल। ਤਾਂ ਤੁਸੀਂ ਯਾਦ ਰੱਖਣਾ ਹੈ, ਕਦੇ ਵੀ ਤੁਸੀਂ ਇਹ ਸ਼ਬਦ ਐਕਸਪ੍ਰੈਸ਼ਨ ਪढ़ लो ऑन दी एनवल, ਤਾਂ ਇਹਦਾ ਮਤਲਬ ਕੀ ਹੁੰਦਾ ਹੈ ਅੰਡਰ ਕੰਸਟਰਕਸ਼ਨ, ਮੀਨਸ ਉਸਾਰੀ ਅਧੀਨ। ਤਾਂ ਇਹਦੇ ਹੁਣ ਆਪਾਂ ਨੂੰ ਸਮਝ ਆ ਗਿਆ ਕਿ ਨਿਊ ਸ਼ਾਪਿੰਗ ਮਾਲ ਔਨ ਦੀ ਐਨਵਲ, ਇਹਦਾ ਮਤਲਬ ਨਵਾਂ ਜਿਹੜਾ ਸ਼ਾਪਿੰਗ ਮਾਲ ਹੈ ਉਹ ਹਲੇ ਬਣ ਰਿਹਾ ਹੈ, ਹਲੇ ਔਨ ਦੀ ਐਨਵਲ ਮੀਨਸ ਅੰਡਰ ਕੰਸਟਰਕਸ਼ਨ ਹੈ, ਇਨ ਦ ਮੇਕਿੰਗ ਹੈ, ਹਲੇ ਉਹਦਾ ਕੰਮ ਪੂਰਾ ਨਹੀਂ ਹੋਇਆ। ਸੋ ਜ਼ਰੂਰੀ ਨਹੀਂ ਮਾਲ ਨਾਲ ਕਿਸੇ ਵੀ ਚੀਜ਼ ਨਾਲ ਲੱਗ ਜਾਂਦਾ ਹੈ। ਮੰਨ ਲਓ ਆਪਾਂ ਕਹਿੰਦਾ ਵੀ ਮੈਨੀ ਪ੍ਰੋਜੈਕਟਸ ਔਨ ਦੀ ਐਨਵਲ, ਔਨ ਦੀ ਐਨਵਲ ਮੀਨਸ ਹਲੇ ਉਹ ਅੰਡਰ ਕੰਸਟਰਕਸ਼ਨ ਨੇ। सो ये चीज़ां दी नॉलेज होना बहुत ज्यादा जरूरी है साडे कोले।
ਤੇ ਮੈਂ ਫੇਰ ਦੱਸ ਰਿਹਾ ਹੈਡਲਾਈਨਸ ਦੇ ਵਿੱਚ ਅਕਸਰ ਇਜ਼ਐਮਆਰ ਵਗੈਰਾ ਕਈ ਵਾਰ ਉਹ ਬਾਹਰ ਕੱਢ ਦਿੰਦੇ ਨੇ ਤਾਂ ਹੈਡਲਾਈਨਸ ਅਕਸਰ ਛੋਟੀਆਂ ਬਣਾਈਆਂ ਜਾਂਦੀਆਂ ਨੇ ਤਾਂ ਮੈਂ ਇੱਥੇ ਲਿਖ ਵੀ ਦਿੰਦਾ ਕਿ ਆਪਾਂ ਕੀ ਪੜ੍ਹ ਰਹੇ ਹਾਂ ਹੈਡਲਾਈਨਸ ਪੜ੍ਹ ਰਹੇ ਹਾਂ ਤਾਂ ਕਿ ਬਹੁਤ ਸਾਰਿਆਂ ਨੂੰ ਪਤਾ ਲੱਗ ਜੇ ਕਿ ਹੈਡਲਾਈਨਸ ਦੇ ਵਿੱਚ ਕੀ ਲਿਖੇ ਜਾਂਦੇ ਨੇ ਤੇ ਹੁਣ ਆਪਾਂ ਇਸ ਤੋਂ ਬਾਅਦ ਪੜ੍ਹ ਰਹੇ ਹਾਂ ਨੈਕਸਟ ਸਾਡਾ ਅਗਲੀ ਜਿਹੜੀ ਹੈਡਲਾਈਨ ਹੈ ਉਹ ਹੈ 6th ਇਹਨੂੰ ਧਿਆਨ ਨਾਲ ਦੇਖਣਾ ਅਗੇਨ ਵੈਰੀ ਇੰਪੋਰਟੈਂਟ ਜੇ ਉਹਦੇ ਬਾਰੇ ਨੌਲੇਜ ਨਾ ਹੋਵੇ ਤਾਂ ਸਮਝ ਨਹੀਂ ਆਉਣੀ ਚੀਜ਼ ਤੇ ਉਹ ਹੈਗੀ ਹੈ ਦੇਖੋ ਮੰਨ ਲਓ ਹੈਡਲਾਈਨ ਆ ਜਾਵੇ ਮਰਡਰ ਸਟਿਲ ਇਨ ਕੈਮਰਾ ਮਰਡਰ ਸਟਿਲ ਇਨ ਕੈਮਰਾ ਹੁਣ ਆਪਾਂ ਨੇ ਸਮਝਣਾ ਹੈ ਕਿ ਇਹਦਾ ਮੀਨਿੰਗ ਕੀ ਨਿਕਲਿਆ ਆ ਮਰਡਰ ਸਟਿਲ ਇਨ ਕੈਮਰਾ ਮਰਡਰ ਸਟਿਲ ਇਨ ਕੈਮਰਾ ਤੁਸੀਂ ਯਾਦ ਰੱਖਣਾ ਜਦੋਂ ਕੋਈ ਚੀਜ਼ ਇਨ ਕੈਮਰਾ ਹੁੰਦੀ ਹੈ when something is in camera ਜਦੋਂ ਕੋਈ ਚੀਜ਼ ਇਨ ਕੈਮਰਾ ਹੁੰਦੀ ਹੈ ਇਹਦਾ ਮਤਲਬ ਇਹ ਹੁੰਦਾ ਹੈ ਕਿ ਉਹਦਾ ਹਜੇ ਰਾਜ਼ ਬਾਹਰ ਨਹੀਂ ਆਇਆ ਪਤਾ ਨਹੀਂ ਉਹਦੇ ਬਾਰੇ ਹਲੇ ਵੀ ਤਾਂ ਆਓ ਇਹਨੂੰ ਸਮਝੀਏ ਆਪਾਂ ਇੱਕ ਮਿੰਟ ਮਰਡਰ ਸਟਿਲ ਇਨ ਕੈਮਰਾ ਦਾ ਮਤਲਬ ਹੈ ਜਿਹੜਾ ਕਤਲ ਹੋਇਆ ਹੈ ਉਹਦਾ ਰਾਜ਼ ਹਜੇ ਵੀ ਬਰਕਰਾਰ ਹੈ ਪਤਾ ਨਹੀਂ ਹਲੇ ਵੀ ਕਤਲ ਕਿਹਨੇ ਕੀਤਾ ਹੈ ਮਤਲਬ ਉਹ ਚੀਜ਼ ਕੈਮਰੇ ਦੇ ਵਿੱਚ ਹੀ ਹੈ ਕੈਮਰੇ ਦੇ ਵਿੱਚ ਮਤਲਬ ਗੁਪਤ ਹੈ ਹਲੇ ਵੀ ਨਹੀਂ ਪਤਾ ਉਹਦੇ ਬਾਰੇ ਰਹੱਸ ਹਲੇ ਵੀ ਬਰਕਰਾਰ ਹੈ ਸੋ ਉਹਦਾ ਰਹੱਸ ਹਲੇ ਵੀ ਨਹੀਂ ਖੁੱਲਿਆ ਹਲੇ ਵੀ ਨਹੀਂ ਪਤਾ ਕਿ ਮਰਡਰ ਕਿਹਨੇ ਕੀਤਾ ਕਦੋਂ ਕੀਤਾ ਮਰਡਰ ਕੌਣ ਹੈ ਕਿਲਰ ਕੌਣ ਹੈ ਕੁਝ ਵੀ ਨਹੀਂ ਪਤਾ ਉਹਦੇ ਬਾਰੇ ਹਲੇ ਵੀ ਤਾਂ ਜਦੋਂ ਵੀ ਆ ਜਾਵੇ ਇਨ ਕੈਮਰਾ ਇਟ ਮੀਨਸ ਹਲੇ ਵੀ ਉਹ ਚੀਜ਼ ਦਾ ਰਹੱਸ ਬਰਕਰਾਰ ਹੈ ਜਾਂ ਉਹ ਚੀਜ਼ ਹਲੇ ਵੀ ਇੱਕ ਗੁਪਤ ਚੀਜ਼ ਬਣੀ ਹੋਈ ਹੈ ਤਾਂ ਉਹ ਅਸੀਂ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਨੇ ਅਕਸਰ ਇਨ ਕੈਮਰਾ ਕਹਿੰਦੇ ਨੇ ਅਸੀਂ ਤਾਂ ਚਲੋ ਆਓ ਹੁਣ ਆਪਣੇ ਕੋਲੇ 7th ਦੇ ਉੱਪਰ ਆਈ ਆਪਾਂ ਹੈਡਲਾਈਨ 7th ਇਨ ਕੈਮਰਾ ਤੋਂ ਬਾਅਦ ਆਪਾਂ ਅੱਗੇ ਪੜ੍ਹਦੇ ਹਾਂ ਦੇਖੋ ਲੈਟਸ ਸਪੋਜ਼ ਸਾਡੇ ਕੋਲੇ ਇੱਕ ਹੈਡਲਾਈਨ ਹੈ ਲਿਖੋ ਮਿਨਿਸਟਰਸ ਰੋਲ ਅੰਡਰ ਲੈਂਸ ਮਿਨਿਸਟਰਸ ਰੋਲ ਅੰਡਰ ਲੈਂਸ ਮਿਨਿਸਟਰਸ ਰੋਲ ਅੰਡਰ ਲੈਂਸ ਮੰਨ ਲਓ ਹੈਡਿੰਗ ਆ ਗਿਆ ਤੁਹਾਡੇ ਕੋਲੇ ਮਿਨਿਸਟਰ ਦਾ ਰੋਲ ਕੀ ਹੈ ਅੰਡਰ ਲੈਂਸ ਹੈ ਤੁਸੀਂ ਯਾਦ ਰੱਖਣਾ ਜਦੋਂ ਕੋਈ ਚੀਜ਼ ਅੰਡਰ ਲੈਂਸ ਹੋਵੇ ਇਹਦਾ ਮਤਲਬ ਉਹ ਚੀਜ਼ ਅਕਸਰ ਅੰਡਰ ਸਕਰੂਟਨੀ ਹੁੰਦੀ ਹੈ ਆਸਾਨ ਭਾਸ਼ਾ ਚ ਕਹਿ ਦੇਣਾ ਮੈਂ ਉਹ ਚੀਜ਼ ਦੀ ਹਲੇ ਬਹੁਤ ਜ਼ਿਆਦਾ ਮਤਲਬ ਉਹ ਚੀਜ਼ ਨਿਗਰਾਨੀ ਹੇਠ ਹੈ ਤਾਂ ਇਹਨੂੰ ਲਿਖ ਸਕਦੇ ਹੋ ਤੁਸੀਂ ਅੰਡਰ ਲੈਂਸ ਦਾ ਮਤਲਬ ਕੀ ਹੁੰਦਾ ਹੈ ਬਹੁਤ ਜ਼ਿਆਦਾ ਨਿਗਰਾਨੀ ਹੇਠ ਮੈਂ ਆਸਾਨ ਭਾਸ਼ਾ ਸਮਝਾ ਦੇਣਾ ਮੰਨ ਲਓ ਕੋਈ ਕੇਸ ਹੈ ਉਹਦੇ ਵਿੱਚ ਮੰਤਰੀ ਦਾ ਰੋਲ ਕੀ ਹੈ ਉਹ ਕੋਈ ਵੀ ਰੋਲ ਕੀ ਹੈ ਉਹ ਚੀਜ਼ ਪੂਰੀ ਜਾਂਚ ਪੜਤਾਲ ਅਧੀਨ ਹੈ ਪੂਰੀ ਨਿਗਰਾਨੀ ਹੇਠ ਹੈ ਤਾਂ ਜਦੋਂ ਵੀ ਕੋਈ ਵੀ ਬੰਦੇ ਉਹਨੂੰ ਕੇਸ ਨੂੰ ਸਟੱਡੀ ਕਰ ਰਹੇ ਨੇ ਤਹਿਕੀਕਾਤ ਕਰ ਰਹੇ ਨੇ ਉਹ ਪੂਰੀ ਨਿਗਰਾਨੀ ਨਾਲ ਪੂਰੀ ਹਰ ਇੱਕ ਚੀਜ਼ ਰੋਲ ਨੂੰ ਪੂਰੀ ਨਿਗਰਾਨੀ ਦੇ ਵਿੱਚ ਰੱਖ ਰਹੇ ਨੇ ਉਹ ਕਿ ਉਹ ਚੀਜ਼ ਦਾ ਰੋਲ ਕਿੰਨਾ ਸੀ ਕਿਵੇਂ ਸੀ ਕਿੱਥੇ ਕਿਹਦੇ ਨਾਲ ਕੀ ਗੱਲਬਾਤ ਕੀਤੀ ਕਿੱਥੇ ਫੋਨ ਕੀਤਾ ਕਿਵੇਂ ਕੀਤਾ ਵਗੈਰਾ ਵਗੈਰਾ ਤਾਂ ਚਲੋ ਮੈਂ ਸਿੰਪਲੀ ਤੁਹਾਨੂੰ ਇਹ ਦੱਸਦਾ ਅੰਡਰ ਲੈਂਸ ਦਾ ਮਤਲਬ ਹੁੰਦਾ ਨਿਗਰਾਨੀ ਹੇਠ ਬਸ ਸੋ ਜਦੋਂ ਵੀ ਕੋਈ ਚੀਜ਼ ਆ ਜਾਵੇ ਕਿ ਦਿਸ ਇਜ਼ ਅੰਡਰ ਲੈਂਸ ਤਾਂ ਇਹਦਾ ਮਤਲਬ ਹੁੰਦਾ ਇਹ ਚੀਜ਼ ਕਰੜੀ ਨਿਗਰਾਨੀ ਹੇਠ ਹੈ ਜਾਂ ਬਹੁਤ ਜ਼ਿਆਦਾ ਨਿਗਰਾਨੀ ਹੇਠ ਹੈ ਤਾਂ ਹੁਣ ਆਪਾਂ ਵਧਦੇ ਹਾਂ ਆਈ ਥਿੰਕ ਸਮਝ ਆ ਜਾਵੇਗਾ ਤੁਹਾਨੂੰ 7th ਤੋਂ ਬਾਅਦ ਵਧਦੇ ਆਪਾਂ ਆਪਣੀ 8th ਹੈਡਲਾਈਨ ਦੇ ਉੱਪਰ ਸਾਡੀ 8th ਹੈਡਲਾਈਨ ਕੀ ਉਹਨੂੰ ਆਪਾਂ ਧਿਆਨ ਨਾਲ ਦੇਖਣਾ ਹੈ ਤਾਂ ਦੇਖੋ ਮੰਨ ਲਓ ਆ ਜਾਵੇ ਸਪਰਟ SPURT ਸਪਰਟ ਇਨ ਬੁਲੀਅਨ ਪ੍ਰਾਈਸਿਸ ਹੁਣ ਮੰਨ ਲਓ ਇਹ ਨਿਊਜ਼ਪੇਪਰ ਦੇ ਵਿੱਚ ਹੈਡਲਾਈਨ ਆ ਗਈ ਕਿ ਸਪਰਟ ਇਨ ਬੁਲੀਅਨ ਪ੍ਰਾਈਸਿਸ ਸਪਰਟ ਇਨ ਬੁਲੀਅਨ ਪ੍ਰਾਈਸਿਸ ਤਾਂ ਸਾਨੂੰ ਕਈ ਵਾਰੀ ਬਹੁਤ ਸਾਰਿਆਂ ਨੂੰ ਇਹ ਚੀਜ਼ ਸਮਝ ਨਹੀਂ ਆਉਂਦੀ ਪਹਿਲੀ ਗੱਲ ਤਾਂ ਇੱਥੇ ਇੱਕ ਸ਼ਬਦ ਆਇਆ ਸਪਰਟ ਇਹ ਨਹੀਂ ਸਾਨੂੰ ਕਈ ਵਾਰੀ ਪਤਾ ਲੱਗਦਾ ਬਹੁਤ ਸਾਰਿਆਂ ਨੂੰ ਮਤਲਬ ਫਿਰ ਇੱਕ ਵਰਡ ਆਇਆ ਬੁਲੀਅਨ ਪ੍ਰਾਈਸਿਸ ਸਾਨੂੰ ਪ੍ਰਾਈਸਿਸ ਤਾਂ ਸਮਝ ਆ ਗਿਆ ਲੇਕਿਨ ਸਾਨੂੰ ਇਹ ਨਹੀਂ ਪਤਾ ਲੱਗਿਆ ਕਿ ਬੁਲੀਅਨ ਦਾ ਮੀਨਿੰਗ ਕੀ ਹੁੰਦਾ ਬੁਲੀਅਨ ਦਾ ਮੀਨਿੰਗ ਕੀ ਹੁੰਦਾ ਤੁਸੀਂ ਯਾਦ ਰੱਖੋ ਜਦੋਂ ਵੀ ਇਹ ਖਬਰ ਆ ਜਾਵੇ ਸਪਰਟ ਇਨ ਬੁਲੀਅਨ ਪ੍ਰਾਈਸਿਸ ਤਾਂ ਸਪਰਟ ਦਾ ਪਹਿਲੀ ਗੱਲ ਦਾ ਮਤਲਬ ਕੀ ਹੁੰਦਾ ਹੈ ਬਹੁਤ ਜ਼ਿਆਦਾ ਵਾਧਾ ਯੈਸ ਜਿਹਨੂੰ ਅਸੀਂ ਸਿਗਨੀਫੀਕੈਂਟ ਰਾਈਜ਼ ਕਹਿੰਦੇ ਆ ਬਹੁਤ ਜ਼ਿਆਦਾ ਵਾਧਾ ਕਿਸੇ ਚੀਜ਼ ਦੇ ਵਿੱਚ ਆ ਜਾਵੇ ਤਾਂ ਉਹਨੂੰ ਅਸੀਂ ਸਪਰਟ ਕਹਿੰਦੇ ਆ ਜਿਵੇਂ ਸਪਰਟ ਇਨ ਵਾਇਲੈਂਸ ਹਿੰਸਾ ਵਿੱਚ ਵਾਧਾ ਤਾਂ ਕੁੱਲ ਮਿਲਾ ਕੇ ਸਪਰਟ ਦਾ ਮਤਲਬ ਹੁੰਦਾ ਹੈ ਬਹੁਤ ਜ਼ਿਆਦਾ ਵਾਧਾ ਤਾਂ ਇਹਨੂੰ ਨੋਟ ਕਰ ਲੈਣਾ ਬਹੁਤ ਜ਼ਿਆਦਾ ਵਾਧੇ ਦੀ ਇੰਗਲਿਸ਼ ਕੀ ਆ ਗਈ ਸਪਰਟ ਤੇ ਨੈਕਸਟ ਹੈ ਸਾਡੇ ਕੋਲੇ ਬੁਲੀਅਨ ਪ੍ਰਾਈਸਿਸ ਬੁਲੀਅਨ ਪ੍ਰਾਈਸਿਸ ਦਾ ਮਤਲਬ ਹੁੰਦਾ ਹੈ ਆਲਵੇਸ ਕੀਪ ਇਨ ਮਾਈਂਡ ਮੈਂ ਦੱਸਣ ਜਾ ਰਿਹਾ ਨੂੰ ਇਹਦਾ ਮਤਲਬ ਹੁੰਦਾ ਹੈ ਸੋਨੇ ਚਾਂਦੀ ਦੀਆਂ ਕੀਮਤਾਂ ਯੈਸ ਤੁਸੀਂ ਜਿਹਨੂੰ ਗੋਲਡ ਸਿਲਵਰ ਪ੍ਰਾਈਸਿਸ ਕਹਿੰਦੇ ਆ ਉਹਨਾਂ ਲਈ ਬੁਲੀਅਨ ਸ਼ਬਦ ਵੀ ਯੂਜ਼ ਕੀਤਾ ਜਾਂਦਾ ਹੈ ਸੋ ਜਦੋਂ ਵੀ ਆ ਜਾਵੇ
कि बुलियन प्राइसेस विच स्पर्ट आ गया, इट मींस कि ਜਿਹੜੀਆਂ ਸੋਨੇ ਚਾਂਦੀ ਦੀਆਂ ਕੀਮਤਾਂ ਨੇ ਅਕਸਰ ਉਹਨਾਂ ਦੇ ਵਿੱਚ ਉਛਾਲ ਆ ਗਿਆ, ਮੀਨਸ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਆ ਗਿਆ। ਸੋ ਅੱਜ ਆਪਾਂ ਨੇ ਚੀਜ਼ ਸਿੱਖੀ, ਸਪਰਟ ਦਾ ਮਤਲਬ ਹੁੰਦਾ ਹੈ ਬਹੁਤ ਜ਼ਿਆਦਾ ਵਾਧਾ, ਤੇ ਬੁਲੀਅਨ ਪ੍ਰਾਈਸਸ ਦਾ ਮਤਲਬ ਹੁੰਦਾ ਹੈ ਸੋਨੇ ਚਾਂਦੀ ਦੀਆਂ ਕੀਮਤਾਂ। ਅਕਸਰ ਇਹਨੂੰ ਆਪਾਂ ਕੀ ਕਹਿੰਦੇ ਆ, ਸੋਨੇ ਚਾਂਦੀ ਦੀਆਂ ਕੀਮਤਾਂ ਕਹਿੰਦੇ ਆਪਾਂ। ਚਲੋ ਹੁਣ ਆਓ ਆਪਣੇ ਕੋਲੇ ਹੈਡਲਾइन नंबर 9 ਦੇ ਉੱਪਰ। सो हेडलाइन नंबर 9 की कह रही है, मान लो छोटे को चीज आ गई, लिख लो अनियन प्राइसेस। पहली गल तेन कदे भी आपने ऑनियन नहीं कहना, जिन्हों प्याज कहने हैं, दिस इज नॉट ऑनियन, दिस इज अनियन। अनियन प्राइसेस गोइंग नॉर्थवर्ड्स, मान लो ये तुहाडे कोले हेडिंग बने आ गया अनियन प्राइसेस गोइंग नॉर्थवर्ड्स। मैं फिर कह रहा हेडलाइंस दे विच कई बारी हेल्पिंग वर्ब्स नूं बाहर कर दिता जाता है। Onion prices going northwards ਦਾ ਹੁਣ मीनिंग ਕੀ ਹੈ? I make you understand, don't worry। ਪਹਿਲੀ ਗੱਲ ਤਾਂ ਇਹਦੇ ਨਾਮ ਤੋਂ ਹੀ ਕਲੀਅਰ ਹੈ, ਜਿੱਥੇ ਵੀ ਆ ਜਾਵੇ go northwards, go northwards। north ਦਾ ਮਤਲਬ ਹੁੰਦਾ ਉੱਤਰ, ਉੱਪਰ ਵੱਲ ਜਿਹੜੀ ਡਾਇਰੈਕਸ਼ਨ ਹੁੰਦੀ ਹੈ, ਤਾਂ go northwards ਦਾ ਮਤਲਬ ਹੋ ਗਿਆ ਉੱਪਰ ਵੱਲ ਨੂੰ ਜਾਣਾ, ਉੱਤਰ ਵੱਲ ਜਾਣਾ ਮੀਨਸ ਵਧਣਾ। ਕੁੱਲ ਮਿਲਾ ਕੇ go northwards ਦਾ ਮਤਲਬ ਹੁੰਦਾ ਹੈ ਇੰਕਰੀਜ਼ ਹੋਣਾ, ਵਧਣਾ ਹੋਣਾ। सो जो भी आ जाए अनियन प्राइसेस गोइंग नॉर्थ या गोइंग नॉर्थवर्ड्स, तो इसका मतलब होता है कि अनियन प्राइसेस वध रही ने, प्याज दी कीमतां वध रही ने। कई बार गो नॉर्थ भी लिखा होता है, गो नॉर्थवर्ड्स, ते गो की बजाय कई बार हेड भी लिखा होता है, हेड नॉर्थवर्ड्स या हेड नॉर्थ मींस ऊपर वाल नूं जाना। तो आपां ने पढ़िया कि अनियन प्राइसेस वध रही ने। इस तरह जो कोई चीज घटे तो इसका ऑपोजिट होता है गो साउथ या गो साउथवर्ड्स। सो जो भी लिखा जाए, मान लो किसी भी थां ते लिखा जाए कि these prices are going southwards, तो you should understand, तुसी समझ लेना है go southwards दा मीनिंग किया गया नीचे नु जाना, मतलब घटना। go northwards means ਵਧਣਾ ਤੇ go southwards means ਘਟਣਾ ਹੁੰਦਾ ਆਪਣੇ ਕੋਲੇ। ਸੋ ਇਹ ਸੀਗੀ ਸਾਡੇ ਕੋਲੇ 9th, ਤੇ ਹੁਣ ਆਪਾਂ ਚੱਲਦੇ ਹਾਂ 10th ਦੇ ਉੱਪਰ। ਆਓ ਆਪਾਂ ਦੇਖੀਏ ਸਾਡੀ 10th ਹੈਡਲਾਈਨ ਕੀ ਕਹਿ ਰਹੀ ਹੈ, ਉਹਨੂੰ ਧਿਆਨ ਨਾਲ ਦੇਖਣਾ ਹੈ। मान लो आप कहना होवे prop rates on the wane। मैं तुहानू ਉਹ ਹੈਡਲਾਈਨਸ ਦੱਸ ਰਿਹਾ ਜਿਹੜੀਆਂ ਆਮ ਚੱਲਦੀਆਂ ਨੇ ਤੇ ਜਿਨ੍ਹਾਂ ਨੂੰ ਸਮਝਣਾ ਕਈ ਵਾਰ ਸਾਡੇ ਲਈ ਔਖਾ ਹੁੰਦਾ, ਬਹੁਤ ਸਾਰਿਆਂ ਲਈ। prop rates on the wane, on the wane, prop rates on the wane। ਪਹਿਲੀ ਗੱਲ ਤਾਂ ਜਿਹਨੂੰ ਅਸੀਂ ਪ੍ਰਾਪਰਟੀ ਕਹਿੰਦੇ ਆ, ਜਾਇਦਾਦ ਕਹਿੰਦੇ ਆ, ਉਹਦੀ ਸ਼ਾਰਟ ਦੇ ਵਿੱਚ ਕਿਹਾ ਜਾਂਦਾ prop। ਤੁਸੀਂ याद रखियो न्यूज़पेपर ਦੇ ਵਿੱਚ प्रॉपर्टी ਦੀ ਸ਼ਾਰਟ ਫਾਰਮ prop ਲਿਖੀ ਹੁੰਦੀ ਹੈ। ਆਪਾਂ ਕਹਿੰਦੇ prop prices, prop rates, prop means property ਹੁੰਦਾ ਹੈ। ਹੁਣ ਮੰਨ ਲਓ ਇਹ ਹੈਡਲਾਈਨ ਆ ਗਈ prop rates on the wane। ਚਲੋ ਸਾਨੂੰ ਕਈ ਵਾਰ ਇਹ ਵੀ ਸਮਝ ਆ ਜਾਂਦਾ prop rates ਮੈਨੇ property ਦੇ ਰੇਟਸ, ਲੇਕਿਨ ਆ ਕਈ ਵਾਰ ਸਾਨੂੰ ਸਮਝ ਨਹੀਂ ਆਉਂਦਾ ਬਹੁਤ ਸਾਰਿਆਂ ਨੂੰ ਕਿ on the wane ਦਾ मीनिंग ਕੀ ਹੋ ਗਿਆ। ਮੈਂ ਤੁਹਾਨੂੰ ਦੱਸਦਾ ਜ਼ਿੰਦਗੀ 'ਚ ਕਦੇ ਵੀ ਨਿਊਜ਼ਪੇਪਰ ਪੜੋ ਤੇ ਉੱਥੇ on the wane ਲੱਗਿਆ ਆ ਜੇ ਤਾਂ ਤੁਸੀਂ ਸਮਝ ਲੈਣਾ ਹੈ on the wane ਦਾ ਮਤਲਬ ਹੁੰਦਾ ਹੈ ਡਿਕਰੀਜ਼ ਹੋਣਾ, ਘਟਣਾ। on the decrease, on the wane means on the decline, on the decrease। ਜਦੋਂ ਕੋਈ ਚੀਜ਼ ਘਟਦੀ ਹੋਵੇ ਉਹਨੂੰ ਅਕਸਰ ਕਿਹਾ ਜਾਂਦਾ ਹੈ ਕਿ on the wane, on the wane means ਘਟਣਾ ਹੁੰਦਾ ਹੈ ਕੋਈ ਵੀ ਚੀਜ਼। ਮੈਂ ਇੱਥੇ ਕੀ ਲਿਖਤਾ ਹੁਣ, ਇਹਦੀ ਪੰਜਾਬੀ ਆਪਾਂ ਨੂੰ ਸਮਝ ਆ ਗਈ ਕਿ ਜਿਹੜੇ ਜਾਇਦਾਦ ਦੇ ਰੇਟਸ ਨੇ, ਪ੍ਰॉप ਰੇਟਸ ਨੇ, ਉਹ ਘਟ ਰਹੇ ਨੇ। ਤੇ ਬਾਕੀ ਇਹ ਤਾਂ ਹੈਡਲਾਈਨ ਹੈ, ਬਾਕੀ ਖਬਰ ਪੜ੍ਹ ਕੇ ਆਪਾਂ ਨੂੰ ਡਿਟੇਲ ਦੇ ਵਿੱਚ ਬਹੁਤ ਕੁਝ ਪਤਾ ਲੱਗ ਜਾਂਦਾ ਹੈ। ਤੇ on the wane ਆਮ ਚੱਲਦਾ ਐਕਸਪ੍ਰੈਸ਼ਨ। ਮੰਨ ਲਓ ਆਪਾਂ ਕਹਿੰਦੇ ਹਾਂ ਪਪੂਲੈਰਿਟੀ on the wane, ਉਹਦੀ ਪਪੂਲੈਰਿਟੀ ਘਟ ਰਹੀ ਹੈ, ਉਹਦੀ ਰੈਪੂਟੇਸ਼ਨ ਘਟ ਰਹੀ ਹੈ, his reputation is on the wane। ਜਿੱਥੇ ਵੀ on the wane ਲੱਗਿਆ ਜੇ ਤੁਸੀਂ ਸਮਝ ਲੈਣਾ ਇਹਦਾ ਮਤਲਬ ਹੁੰਦਾ ਹੈ ਘਟਣਾ ਹੁੰਦਾ ਹੈ। on the wane means ਘਟਣਾ। ਇੱਥੇ ਮੈਂ ਇੱਕ ਹੋਰ ਐਕਸਪ੍ਰੈਸ਼ਨ ਦੱਸਾਂ ਜਿਹੜਾ ਨਿਊਜ਼ਪੇਪਰਸ ਦੇ ਵਿੱਚ ਅਕਸਰ ਆਉਂਦਾ ਹੈ ਤੇ ਜਿਹਦਾ ਮਤਲਬ ਵੀ ਘਟਣਾ ਹੁੰਦਾ ਹੈ, ਤੇ ਉਹ ਹੈ on the ebb, on the ebb। on the ebb ਦਾ मीनिंग ਵੀ ਘਟਣਾ ਹੁੰਦਾ ਹੈ। ਯੈਸ, ਦੋ ਐਕਸਪ੍ਰੈਸ਼ਨ ਤੁਸੀਂ ਹੁਣ ਕਦੇ ਨਹੀਂ ਭੁੱਲਣੇ। ਜਦੋਂ ਵੀ ਨਿਊਜ਼ਪੇਪਰ ਵਿੱਚ ਆ ਜਾਵੇ on the ebb ਜਾਂ on the wane, ਤਾਂ ਇਹਦਾ ਮਤਲਬ ਕੀ ਹੁੰਦਾ ਹੈ? ਘਟਣਾ ਹੁੰਦਾ ਹੈ, ਘਟਣਾ। prop rates on the ebb, prop rates ਘਟ ਰਹੇ ਨੇ। ਤੇ ਮੈਂ ਦੱਸਿਆ ਇਹ ਐਕਸਪ੍ਰੈਸ਼ਨ ਆਪਾਂ ਹੋਰ ਵੀ ਥਾਵਾਂ ਤੇ ਲਿਖ ਸਕਦੇ ਹਾਂ। ਮੰਨ ਲਓ ਆਪਾਂ ਕਹਿੰਦਾ ਵੀ ਉਹਦੀ ਪਪੂਲੈਰਿਟੀ ਘਟ ਰਹੀ ਹੈ ਤਾਂ ਆਪਾਂ ਕਹਾਂਗੇ his popularity is on the ebb। ਉਹਦੀ ਰੈਪੂਟੇਸ਼ਨ ਘਟ ਰਹੀ ਹੈ, his reputation is on the ebb। ਇੰਟਰਸਟ ਘਟ ਰਿਹਾ ਹੈ, interest is on the ebb। craze ਘਟ ਰਿਹਾ ਹੈ, ਕਿਸੇ ਵੀ ਥਾਂ ਤੇ ਅਸੀਂ ਵੈਸੇ ਆਪ ਵੀ ਯੂਜ਼ ਕਰ ਸਕਦੇ ਹਾਂ, craze is on the wane, craze is on the ebb। very important, very important।
तो मैंने बार बार उच्ची बोल के समझाया ताकि थोड़े दिमाग में ये चीज बैठ जाए। एंड नेवर फॉरगेट प्लीज, ऑन द वे ऑन द ऐप का मतलब की आ गया, कटन आ गया। हुण आपां आते अपनी 11वीं मींस 11th हेडलाइन लेवल। साडी 11th हेडलाइन की है, देखो मान लो हेडलाइन आ जाए, देखो वेज प्राइसेस likely to plummet, veg prices likely to plummet। हुण इहदा मीनिंग की है आपां समझना, veg prices likely to plummet। पहली गल तां veg prices तो तुहानूं आइडिया हो गया होगा, इहदा मतलब हुंदा है सब्जियां दी प्राइसेस, वेजिटेबल्स नूं आपां वेज प्राइसेस कहदा इत्थे। likely to दा मतलब की हुंदा है, ये बहुत ज्यादा थोड़ी लाइफ चाहूगा, न्यूज़पेपर चाहूगा। likely to दा मतलब हुंदा है संभावना। मैं फिर कह रहा है हेडलाइंस दे विच चीज़ां मार कई बार बाहर कर दिंदे ने। सही तो इंग्लिश ये आंदी है वेज प्राइसेस आर लाइकली टू प्लमेट, वो आर कई बार हेडलाइन चो बाहर कर दिंदे ने क्योंकि छोटियां करनी होंदी हेडलाइंस। लाइकली टू दा मतलब संभावना है, जिथे भी आ वर्ड आ जावे प्लमेट, ये न्यूज़पेपर च बहुत आऊगा। प्लमेट दा मतलब हुंदा है बहुत बहुत कम होना, किसी चीज दा बहुत ज्यादा घटना। पंजाबी च कहते हैं असी बहुत ज्यादा एकदम थल्ले आ जाना, घटना। ये वैसे एक न्यूज़ बनाई है, वेज प्राइसेस लाइकली टू प्लमेट का मतलब की बन गया कि जिहड़ियां वेज प्राइसेस ने उन्हां दे बहुत घटन की संभावना है। तो बहुत घटन इंग्लिश असी की कहने हुंदे हैं, प्लमेट। हुण देखो आम तौर पे घटन की इंग्लिश सानू आउंदी हुंदी है डिक्रीज, रिड्यूस, डिक्लाइन, पर बहुतिआं नूं कई बार नहीं पता हुंदा। लेकिन जे असी डिक्रीज ते डिक्लाइन सिर्फ यही शब्द आउंदे ने, सिर्फ इन्हां शब्दां नाल असीं न्यूज़पेपर पढ़ांगे तो फिर सानू हो सकदा बहुत सारी चीज़ां ना समझ आउण। ते ये जिहड़े वर्ड्स ने ये आम तौर ते न्यूज़पेपर्स दे विच अक्सर आउंदे ने। ते मैं तुहानूं इत्थे भी दसदा कि आम तौर ते देखा गया 1000 के करीब यह जिहा वर्ड है जिहड़ा कि न्यूज़पेपर्स दे विच बहुत ज्यादा यूज किया जाता है। जे सानू उन्हां वर्ड्स की नॉलेज हो जाए तो साडे लई न्यूज़पेपर पढ़ना बहुत सौखा हो जाता है। It becomes easier for us to read the English newspapers। उन्हां नूं पढ़ना साडे लई बहुत सौखा हो जाता है। तो हुण इत्थे मैं अगे चलदा हां ते प्लमेट दा मीनिंग आ गया अपने कोले बहुत ज्यादा घटना, इकोदम घटना। सो आओ आप चलिए हुण अपनी 12th हेडलाइन के ऊपर। 12th हेडलाइन की कह रही है, देखो एस्टेट प्राइसेस, ESTATE, एस्टेट प्राइसेस plunged। इनू नोट करो प्लीज, एस्टेट प्राइसेस प्लंज्ड। हुण इहदा मीनिंग की है? हो सकता है कई बार सानू ये ना पता लगे कि एस्टेट की हुंदा है, प्लंज की हुंदा है। आम तौर पे क्या है, जिथे भी आ जावे एस्टेट प्राइसेस, इहदा मतलब ही वही हुंदा है जायदाद दीयां कीमतां। एस्टेट शब्द प्रॉपर्टी नाल रिलेटेड वर्ड है, तुसीं सुनिया होएगा रियल एस्टेट असीं आम बोलदे ने। सो कई बार जे कल्ला भी लिखिया जी एस्टेट प्राइसेस तो इहदा मतलब की हुंदा है, इहदा मतलब हुंदा अपने कोले प्रॉपर्टी दियां प्राइसेस, प्रॉपर्टी दियां प्राइसेस। अच्छा प्लंज दा मीनिंग भी वही हुंदा जिहड़ा आपां हुणे प्लमेट दा पढ़िया सी। प्लमेट हो गया, प्लंज हो गया, दोनों का मतलब हुंदा है बहुत ज्यादा घटना, इकोदम घट जाना ते बहुत ज्यादा घटन नूं आपां की कहने हुंदे हैं, प्लंज कहने असीं। सो दो वर्ड्स आज अपन इत्थे सीखे बहुत ज्यादा घटन दे लई, बहुत ज्यादा लई, एक तो प्लंज, एक प्लमेट। ते आपां इस तो पहला दो एक्सप्रेशंस भी सीखे सी जिन्हां दा मतलब भी घटना हुंदा है ते आम तौर ते कई बार सानू नहीं आउंदे हुंदे ते प्रॉब्लम क्रिएट करदे ने न्यूज़पेपर्स दे विच। वो किहड़े सीगे, जिवें कि गो साउथवर्ड्स, ऑन द वेन, ऑन द एब, ਇਹ ਜਿਹੇ एक्सप्रेशंस। तो इत्थे एक मैं चीज तुहानूं होर दस देवां, ਜਦੋਂ कोई चीज बहुत ज्यादा एकदम थल्ले नूं आ जाए, बहुत ज्यादा घट जाए, ਉਹਦੇ ਲਈ ਆ शब्द भी बहुत यूज किया जाता है, नोज डाइव। ते ਇਹ वर्ड भी बहुत यूज किया जाता है, टंबल या टंबल डाउन दोनों चलते हैं। नोज डाइव का मतलब मुद्दे मुँह डिगना, थल्ले बचना। जे कदे भी आ जाए न्यूज़पेपर दे विच नोज डाइव वर्ड, तो तुसीं समझ लेना इसका मतलब हुंदा है बहुत ज्यादा घट जाना। मान लो आपां कहना वे द सेल नोज डाइव्ड, ਇਹਦਾ मतलब की हो गया कि सेल इकोदम थल्ले नूं आ गई, बहुत ज्यादा घट गई। ते टंबल द मीनिंग में मैं दस्सिया की हुंदा है, बहुत ज्यादा घटना हुंदा अपने कोले। सो ये सीगी साडे कोले 12th। हुण आपां चलदे हां अपनी 13th हेडलाइन दे ऊपर। ते साडी 13th हेडलाइन की है, आओ आप इत्थे देखिए। मान लो साडे कोले आ जावे, लिख लो कार
rolled into gorge. मान लो ये आ गई हेडलाइन, car rolled into gorge, car rolled into gorge. ਹੁਣ roll into तो ਅਸੀਂ समझ सकते हैं, चलो अक्सर भी रुड़ के चली गई। आ जिहड़ा एक शब्द आया ना GORGE, this is gorge, ਇਹਦਾ मतलब ਤੁਸੀਂ याद रखना है, ਇਹਦਾ मीनिंग ਹੁੰਦਾ ਡੂੰਗੀ ਖਾਈ। यस, गहरी खाई ਜਿਹਨੂੰ ਆਪਾਂ ਡੂੰਗੀ ਖਾਈ ਲਿਖਦੇ ਨੇ, ਤਾਂ ਜਿਹਨੂੰ ਅਸੀਂ ਡੂੰਗੀ ਖਾਈ ਕਹਿੰਦੇ ਹੁੰਦੇ ਆ ਉਹਨੂੰ ਅਸੀਂ ਇੰਗਲਿਸ਼ ਦੇ ਵਿੱਚ ਅਕਸਰ ਕਹਿੰਦੇ ਹੁੰਦੇ ਆ ਗਾਰਜ। ਸੋ ਆਪਾਂ ਕਹਿਣਾ ਵੀ ਡੂੰਗੀ ਖਾਈ ਵਿੱਚ ਕਾਰ ਰੁੜ ਕੇ ਡਿੱਗ ਗਈ, ਤੁਹਾਨੂੰ ਆਪਾਂ ਕਹਾਂਗੇ ਹੈਡਲਾਈਨਸ ਦੇ ਵਿੱਚ ਕਈ ਵਾਰ ਸਿੱਧਾ ਕਹਿ ਦਿੱਤਾ ਜਾਂਦਾ ਹੈ car rolled into gorge। so never forget, roll into ਦਾ ਮਤਲਬ ਕੀ ਹੁੰਦਾ ਹੈ, ਰੁੜ ਕੇ ਅੰਦਰ ਚਲਾ ਜਾਣਾ, ਡਿੱਗਿਆ ਨਾ, ਤੇ ਗਾਰਜ ਦਾ मीनिंग ਕੀ ਆ ਗਿਆ ਸਾਡੇ ਕੋਲੇ, ਡੂੰਗੀ ਖਾਈ ਆ ਗਿਆ। ਚਲੋ ਸੋ ਇਸ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ ਨੰਬਰ 14 ਦੇ ਉੱਪਰ। ਨੰਬਰ 14 ਚ ਦੇਖੋ ਕੀ ਹੈ ਸਾਡੇ ਕੋਲੇ, ਨੰਬਰ 14 देखो मैं हेडलाइन लिख के दिखाने, बहुत ज्यादा भी हेडलाइन नाम चल रही है, देखो rift between leaders came to fore, FORE। सो इन्हां चीज़ां मैनूं गुजारा नहीं हैगा, जे चीज़ां नहीं आउंदियां तो सानूं इंग्लिश न्यूज़पेपर पढ़न दे विच प्रॉब्लम आएगी। हुण इत्थे की लिखिया आपां ने, rift between लीडर्स, मान लो कि दो लीडर्स ने, दो जने ने ਅਸੀਂ ਬਿਟਵੀਨ ਯੂਜ਼ ਕਰਦੇ ਹਾਂ, ਦੋ ਤੋਂ ਵੱਧ ਲਈ ਅਮੰਗ, came to fore। ਤਾਂ ਇੱਥੇ ਸਾਡੇ ਕੋਲੇ ਦੋ ਐਕਸਪ੍ਰੈਸ਼ਨਸ ਆਏ ਨੇ। ਇੱਕ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਰਿਫਟ ਕੀ ਹੁੰਦਾ ਹੈ, ਇੱਕ ਇਹ ਪਤਾ ਹੋਣਾ ਚਾਹੀਦਾ came to fore ਦਾ मीनिंग ਕੀ ਹੈ। ਜਿਹਨੂੰ ਅਸੀਂ ਰਿਫਟ ਕਹਿੰਦੇ ਆ, ਰਿਫਟ याद रखना है, रिफ्ट का मतलब होता है दरार। यस, पंजाबी च भी कहने दरार, हिंदी च भी ਅਸੀਂ दरार कहने हैं। सो ਜਿਹਨੂੰ ਅਸੀਂ दरार कहने हैं लिख लेना दरार, चाहे हिंदी च लिख लो चाहे पंजाबी च लिख लो। दरार ਨੂੰ ਅਸੀਂ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਹੁੰਦੇ, ਰਿਫਟ ਕਹਿੰਦੇ ਹੁੰਦੇ ਆ। ਮੰਨ ਲਓ ਆਪਾਂ ਕਹਿੰਦੇ ਵੀ ਦੋਨਾਂ ਦੇ ਰਿਲੇਸ਼ਨਸ ਦੇ ਵਿੱਚ ਰਿਫਟ ਆ ਗਈ, ਰਿਫਟ ਮੀਨਸ ਦਰਾਰ ਆ ਗਈ, ਦਰਾਰ ਪੈਦਾ ਹੋ ਗਈ। ਹੁਣ ਸਾਨੂੰ ਬਹੁਤ ਹੱਦ ਤੱਕ ਸਮਝ ਆਊਗੀ ਰਿਫਟ ਬਿਟਵੀਨ ਲੀਡਰਸ, ਦੋਨਾਂ ਲੀਡਰਸ ਦੇ ਵਿੱਚ ਜਿਹੜੀ ਦਰਾਰ ਹੈ, came to fore। ਅਸਲ ਦੇ ਵਿੱਚ ਜਿਹੜਾ ਸ਼ਬਦ ਹੈ ਨਾ come to fore ਹੁੰਦਾ, ਉਹਦੀ ਸੈਕਿੰਡ ਫਾਰਮ ਲਿਖੀ ਹੋਈ ਹੈ came to fore। ਰਿਐਲਿਟੀ ਦੇ ਵਿੱਚ ਅਸਲ ਦੇ ਵਿੱਚ ਇਹ ਐਕਸਪ੍ਰੈਸ਼ਨ ਹੁੰਦਾ ਹੈ come to fore। come to fore ਦਾ ਮਤਲਬ ਹੁੰਦਾ ਹੈ ਉੱਭਰ ਕੇ ਸਾਹਮਣੇ ਆਉਣਾ। ਯੈਸ, ਉੱਭਰ ਕੇ ਸਾਹਮਣੇ ਆਉਣ ਨੂੰ ਅਸੀਂ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਹੁੰਦੇ ਆ, ਸ਼ਬਦ ਹੋਰ ਵੀ ਹੁੰਦੇ ਨੇ। ਉੱਭਰ ਕੇ ਸਾਹਮਣੇ ਆਉਣ ਦੀ ਇੰਗਲਿਸ਼ ਹੁੰਦੀ ਹੈ come to fore। come to fore means ਉੱਭਰ ਕੇ ਸਾਹਮਣੇ ਆਉਣਾ। ਜਦੋਂ ਵੀ ਐਕਸਪ੍ਰੈਸ਼ਨ ਆ ਜਾਵੇ come to fore, ਇਹਦਾ ਮਤਲਬ ਹੁੰਦਾ ਹੈ ਸਾਹਮਣੇ ਆਉਣਾ। ਤਾਂ ਹੁਣ ਆਪਾਂ ਨੂੰ ਹੈਡਲਾਈਨ ਸਮਝ ਆ ਗਈ ਕਿ ਦੋ ਲੀਡਰਾਂ ਦੇ ਵਿੱਚ ਜਿਹੜੀ ਦਰਾਰ ਸੀ ਉਹ ਸਾਹਮਣੇ ਆਈ। ਸ਼ਾਰਟਕਟ ਅਸੀਂ ਉੱਪਰ ਕੇ ਸਾਹਮਣੇ ਆਈ ਨੂੰ ਸਾਹਮਣੇ ਆਈ ਕਹਿ ਦਿੰਦੇ। ਤਾਂ ਹੁਣੇ ਯਾਦ ਰੱਖਣਾ ਰਿਫਟ ਦਾ ਮਤਲਬ ਹੁੰਦਾ ਹੈ ਦਰਾਰ, ਤੇ come to fore ਦਾ ਮਤਲਬ ਕੀ ਹੁੰਦਾ ਹੈ, ਉੱਪਰ ਕੇ ਸਾਹਮਣੇ ਆਉਣਾ। ਅੱਛਾ, ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸਦਾ, दरार वर्गे शब्द ਦੱਸਦਾ। ਇੱਕ ਤੁਸੀਂ ਵਰਡ ਨੋਟ ਕਰਨਾ ਹੈ, ਨਿਊਜ਼ਪੇਪਰਸ ਦੇ ਵਿੱਚ ਤੁਹਾਨੂੰ ਅਕਸਰ ਮਿਲੇਗਾ CHASM। ਇਹਨੂੰ ਨੋਟ ਕਰ ਲਓ, CHASM। ਇਹਨੂੰ ਅਸੀਂ ਬੋਲਦੇ ਹੁੰਦੇ ਆ chasm। ਮੈਂ ਫਿਰ ਬੋਲਦਾ chasm। chasm ਦਾ मीनिंग ਕੀ ਹੁੰਦਾ? ਹੁਣ chasm ਦਾ ਮਤਲਬ ਹੁੰਦਾ ਹੈ, ਇਹਨੂੰ ਵੀ ਆਪਾਂ ਦਰਾਰ ਕਹਿੰਦੇ ਨੇ, ਡੂੰਗੀ ਦਰਾਰ। ਅਕਸਰ chasm ਦਾ मीनिंग ਕੀ ਹੁੰਦਾ ਸਾਡੇ ਕੋਲੇ? ਡੂੰਗੀ ਦਰਾਰ। ਮੰਨ ਲਓ ਆਪਾਂ ਕਹਿਣਾ ਹੋਵੇ ਕਿ chasm between India and Pakistan। ਤੇ ਮੈਂ ਵੈਸੇ ਇੱਕ ਸੈਂਟੈਂਸ ਲਿਖਿਆ, ਭਾਰਤ ਅਤੇ ਪਾਕਿਸਤਾਨ ਦੇ ਵਿੱਚ ਡੂੰਗੀ ਦਰਾਰ। ਸੋ chasm ਵਰਡ ਵੀ ਅਕਸਰ ਚੱਲਦਾ ਹੈ। chasm ਦਾ ਮਤਲਬ ਵੀ ਕੀ ਹੁੰਦਾ ਹੈ? ਡੂੰਗੀ ਦਰਾਰ ਹੁੰਦਾ ਹੈ, ਜਾਂ ਅਸੀਂ ਇਹਨੂੰ ਆਮ ਤੌਰ ਤੇ ਯੂਜ਼ ਕਰ ਲੈਂਦੇ ਹਾਂ ਇਸ ਲਈ chasm ਮੀਨਸ ਡੂੰਗੀ ਦਰਾਰ। ਰਿਫਟ ਅਸੀਂ ਅਕਸਰ ਕਹਿੰਦੇ ਨੇ ਦਰਾਰ ਲਈ। ਸੋ ਇਹਨੂੰ ਤੁਸੀਂ ਯਾਦ ਰੱਖਣਾ ਹੈ। ਹੁਣ ਆ ਗਈ ਸਾਡੀ 15th ਹੈਡਲਾਈਨ। ਨੈਕਸਟ ਦੇ ਉੱਪਰ ਚੱਲਦੇ ਆਪਾਂ, ਤੇ 15th ਹੈਡਲਾਈਨ ਕੀ ਕਹਿੰਦੀ ਹੈ ਸਾਡੀ, ਨੂੰ ਧਿਆਨ ਨਾਲ ਸੁਣੋ ਤੁਸੀਂ। 15th ਹੈਡਲਾਈਨ, मान लो अपने को एक हेडलाइन है, लिखो debt ridden farmer। बहुत ही मंदभागी घटनावां कई बार आउंदियां ने। debt ridden farmer committed suicide। debt ridden farmer committed suicide। ये लिख लिया आपने, debt ridden farmer committed suicide। देखो ये तो समझ ही आ जाता है, कमिट सुसाइड मतलब आत्महत्या करनी। जो भी आप कोई माड़ा काम करते हैं, कोई क्राइम करना, आत्महत्या कर
गलती करना तो करन दी इंग्लिश अक्सर डू कैन दी बजाए अक्सर असी कमिट कह देने हैं। तो कमिट सुसाइड मीन्स आत्महत्या करनी। हुण इहदे विच सानूं इह तां समझ आ गया कि किसान ने आत्महत्या कर ली, लेकिन आपां आ समझना है जो कि न्यूज़पेपर च बहुत आउंदा है, डेट रिडन की हुंदा है। डेट रिडन का मतलब लिख लो तुसी, कर्जे दे भार हेठ दबिया होया, मतलब कर्जे हेठ दबिया होया, कर्जे हेठ दबे नूं असीं कहने हुंदे आ डेट रिडन। सुनो लिख लो, कर्जे हेठ दबिया होया ਜਾਂ कर्जे दे भार हेठ दबे होए नूं आपां की कहने हुंदे आ, डेट रिडन कहने हुंदे असीं। सो हुण आपां नूं क्लियर होगी कि कर्जे दे भार हेठ दबे होए एक किसान ने आत्महत्या कर ली। सो नेवर फॉरगेट डेट रिडन वर्ड, डेट मींस कर्जा हुंदा है ते जिथे भी आ जावे डेट रिडन तो तुसी समझ लेना है डेट रिडन दा मीनिंग की आ गया साडे कोले। डेट रिडन मींस कर्जे दे भार हेठ दबिया होया। आओ आपां हुण चलिए अपनी 16th हेडलाइन दे ऊपर। 16th हेडलाइन की कहंदी है? सो 16th हेडलाइन है, देखो, opposition hailed, HAILED, opposition hailed government move। बहुत ही इंपॉर्टेंट हेडलाइंस ने है जिहड़ियां आम चलदियां ने न्यूज़पेपर्स दे विच। opposition hailed government move, मान लो हेडलाइन आ जावे, हुण तुसी ये दसना है कि ਇਹਦਾ मीनिंग की हो गया, मतलब आप समझना है इस चीज में। बहुत देखो, ऑपोजिशन सानू समझ आ गया, विरोधी धिर, गवर्नमेंट मैंने गवर्नमेंट सरकार। अच्छा, जेड़ा मूव शब्द है, एक तो मूव का मतलब पता हुंदा है हिलना जुलना चलना मूव करना, लेकिन याद रखो मूव का मीनिंग कदम भी हुंदा है। कदम हिंदी च असीं कदम लिखते हैं ते पंजाबी च इधर लिखता मैंने कदम। मूव मीन्स स्टेप भी हुंदा है, कदम हुंदा है, मूव मीन्स स्टेप। ते हुण आ गई गल इत्थे कि हेल दा मीनिंग की हुंदा है। जिथे भी वर्ड आ जावे हेल, वैसे ते कई मीनिंग हुंदे ने, हेल दा मतलब स्वागत करना हुंदा है, यस वेलकम करना। तो लिख लो तुसी, हेल दा मतलब हुंदा है स्वागत करना। हेल मींस स्वागत करना हुंदा है। तो ऑपोजिशन हेल्ड गवर्नमेंट मूव दा मीनिंग की बन गया? हुण आपां नूं क्लियर हो गई गल। ਇਹਦਾ मतलब बन गया कि विरोधी धिर ने सरकार दे कदम दा स्वागत किया। सो जे आपां नूं इह आउंदा वी स्वागत करन दी इंग्लिश कल्ली वेलकम हुंदी है, तो सिर्फ वेलकम सानूं आउंदी है ते हेल वर्ड नहीं आउंदा, तो फिर सानूं हो सकदा न्यूज़पेपर च एक खबर ना समझ आवे। तो तुसीं नूं याद रखना है हेल दा मीनिंग की आ गया, स्वागत करना हुंदा है। ले एक चीज मैं सानूं होर दस देवां कि जिहड़ा हेल शब्द है, ਇਹਨੂੰ प्लूरल ਦੇ ਵਿੱਚ ਮੈਂ ਲਿਖਦਾ हेल्स भी एक वर्ड ਹੁੰਦਾ। हेल्स ਨੂੰ ਅਕਸਰ ਅਸੀਂ ਕਹਿੰਦੇ ਨੇ ਗੜੇ, ਤੇ ਯੈਸ हेल्स ਮੀਨਸ ਕੀ ਹੁੰਦੇ ਨੇ? ਗੜੇ ਹੁੰਦੇ ਨੇ। ਜਦੋਂ ਵੀ ਆ ਜਾਵੇ ਨਿਊਜ਼ਪੇਪਰ ਵਿੱਚ ਇੱਕ ਤਾਂ हेल ਮੈਨੇ ਆ ਗਿਆ ਸਵਾਗਤ ਕਰਨਾ, ਦੈਟਸ ਵਰਡ ਇਹ ਨਾउन ਦੇ ਤੌਰ ਤੇ ਯੂਜ਼ ਹੁੰਦਾ ਹੈ। हेल्स ਦਾ ਮਤਲਬ ਕੀ ਆ ਗਿਆ? ਗੜੇ ਆ ਗਿਆ। ਸੋ ਹੁਣ ਆਪਾਂ ਵਧਦੇ ਆਪਣੀ 17th ਹੈਡਲਾਈਨ ਦੇ ਵੱਲ। 17th ਹੈਡਲਾਈਨ ਦੇ ਵੱਲ ਮੈਂ ਫੇਰ ਦੱਸ ਦੇਵਾਂ, ਇਹ प्रोग्राम ब्रिल्स एक्सप्रेस न्यूज़पेपर द्वारा तुहाडे तक पहुंचाया जा रहा है। ਇਹ दुनिया का इको एक ऐसा अखबार है जिस विच छपदी है हरेक इंग्लिश की न्यूज़ आइटम दे नाल उसकी हिंदी ट्रांसलेशन। सिर्फ इन्ना ही नहीं, उसके नीचे डिफिकल्ट वर्ड्स दे मीनिंग्स भी दिते जाते हैं। तो अपने आप दे विच एक विलखण न्यूज़पेपर है सारे दुनिया भर दे विच। तो सिर्फ कली न्यूज़ नहीं, ਇਹਦੇ ਵਿੱਚ ਹੋਰ बहुत सारी चीज़ां दित्तियां जांदियां हैं जो कि इंग्लिश ਅਤੇ जनरल नॉलेज ਨੂੰ इंक्रीज ਕਰਨ ਦੇ ਵਿੱਚ बहुत ਜ਼ਿਆਦਾ ਸਹਾਈ ਹੁੰਦੀਆਂ ਹਨ। ਇਹਦੇ ਵਿੱਚ ਅਸੀਂ ਇੱਕ ਪੇਜ ਤਿਆਰ ਕਰਦੇ ਹਾਂ, ਉਹਦਾ ਨਾਮ ਹੈ ਜਨਰਲ ਇੰਗਲਿਸ਼ ਫॉर ਆਲ। ਜਿਹੜੇ ਸਟੂਡੈਂਟਸ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰ ਰਹੇ ਹਨ, ਆਇਲਸ ਦੀ ਪ੍ਰੈਪਰੇਸ਼ਨ ਕਰ ਰਹੇ ਹਨ, ਉਹਨਾਂ ਸਟੂਡੈਂਟਸ ਲਈ ਇਹ ਪੇਜ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋਵੇਗਾ। ਇਹਦੇ ਵਿੱਚ ਗ੍ਰਾਮਰ, ਕਰੈਕਟਿੰਗ ਕਰੈਕਟ, ਫਰੇਜ਼ਲ ਵਰਬ, ਬਹੁਤ ਸਾਰਾ ਕੁਝ ਅਸੀਂ ਇਹਦੇ ਵਿੱਚ ਦਿੰਦੇ ਹੁੰਦੇ ਹਾਂ। ਤਾਂ ਇਹਨੂੰ ਪੜ੍ਹਨ ਨਾਲ ਬਹੁਤ ਨੌਲੇਜ ਵੱਧਦੀ ਹੈ। ਤਾਂ ਤੁਸੀਂ ਇਸ ਅਖਬਾਰ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਬ੍ਰਿਲਸ ਐਕਸਪ੍ਰੈਸ ਦੁਨੀਆ ਦਾ ਇੱਕੋ ਇੱਕ ਅਖਬਾਰ ਜਿਸ ਵਿੱਚ ਛਪਦੀ ਹੈ ਹਰੇਕ ਇੰਗਲਿਸ਼ ਨਿਊਜ਼ ਆਈਟਮ ਦੇ ਨਾਲ ਉਸਦੀ ਹਿੰਦੀ ਚ ਟ੍ਰਾਂਸਲੇਸ਼ਨ। ਚਲੋ ਹੁਣ ਆਪਾਂ ਚੱਲਦੇ ਹਾਂ ਇਸ ਤੋਂ ਬਾਅਦ 17th ਹੈਡਲਾਈਨ ਦੇ ਉੱਪਰ। ਸਾਡੀ 17th ਹੈਡਲਾਈਨ ਕੀ ਹੈ? ਆਓ ਆਪਾਂ ਲਿਖੀਏ। ਤਾਂ ਇਹਨੂੰ ਆਪਾਂ ਲਿਖਦੇ ਹਾਂ sacrilege incidents on the rise। sacrilege incidents on the rise। मान लो न्यूज़ दे विच ये हेडलाइन बन के आ जावे sacrilege incidents on the rise।
हुण कई बार सानू ये पता नहीं हुंदा कि सैक्रिलेज दा मतलब की है। वेरी इंपॉर्टेंट वर्ड है। बदकिस्मत खबरां मतलब बहुत मंदभागियां खबरां ने, होणियां नहीं चाहीदियां है जियां, पर यह आउंदियां बहुत ने। सैक्रिलेज दा मतलब हुंदा है बेअदबी, किसी जिवें धार्मिक बेअदबी, कोई भी चीज जिहड़ी बेअदबी हुंदी है उहनूं असीं सैक्रिलेज कहने हैं। ਤਾਂ ਤੁਹਾਨੂੰ ਇੰਨਾ ਹੀ ਆਉਂਦਾ ਹੋਵੇ ਕਿ ਇਹਨੂੰ ਅਸੀਂ ਬੇਅਦਬੀ ਕਹਿੰਦੇ ਆ ਸੈਕ੍ਰਿਲੇਜ, ਤਾਂ ਤੁਹਾਨੂੰ ਇਹ ਨਿਊਜ਼ ਸਮਝ ਆ ਜਾਏਗੀ। ਸੈਕ੍ਰਿਲੇਜ ਇਨਸੀਡੈਂਟਸ ਔਨ ਦਾ ਰਾਈਜ਼ ਦਾ ਮਤਲਬ ਕੀ ਆ ਗਿਆ ਕਿ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਨੇ, ਕੋਈ ਧਾਰਮਿਕ ਬੇਅਦਬੀ, ਕਿਸੇ ਵੀ ਚੀਜ਼ ਦੀ ਜਿਹੜੀ ਬੇਅਦਬੀ ਦੀਆਂ ਘਟਨਾਵਾਂ ਨੇ ਉਹ ਵੱਧ ਰਹੀਆਂ ਨੇ। ਤਾਂ ਯਾਦ ਰੱਖਣਾ ਹੈ ਸੈਕ੍ਰਿਲੇਜ, ਸੈਕ੍ਰਿਲੇਜ ਦਾ ਮਤਲਬ ਕੀ ਹੁੰਦਾ ਹੈ? ਬੇਅਦਬੀ ਹੁੰਦਾ ਹੈ। ਇਹਦੇ ਸਪੈਲਿੰਗ ਨੇ SACRILEGE। ਸੈਕ੍ਰਿਲੇਜ ਦਾ ਮਤਲਬ ਕੀ ਹੈ? बेअदबी हुंदा। सो आओ आप चलिए हुण अपनी 17th तो बाद 18th हेडलाइन दे ऊपर। तो 18th हेडलाइन साडी की कह रही है, आओ आप देखिए थे। देखो 18th हेडलाइन नु ध्यान देखना। साडे कोले मान लो एक हेडलाइन आ जावे, मिनिस्टर्स कैवलकेड अटैक्ड। आ हेडलाइन आ गई। मान लो सानू मिनिस्टर पता की चीज है, अटैक पता की चीज है, लेकिन कई बारी सानू ये नहीं पता हुंदा बहुत सारियां नू कि आज वर्ड आया थे दिस इज कैवलकेड, ਇਹਦਾ मीनिंग की है। कैवलकेड ਦਾ मतलब याद रख लो काफिला हुंदा है, काफिला। ਤਾਂ ਇਹਦਾ मतलब ਇਹ ਹੋ ਗਿਆ ਕਿ ਮੰਤਰੀ ਦੇ ਕਾਫਿਲੇ ਤੇ, ਜਿਵੇਂ ਆਪਾਂ ਨੂੰ ਪਤਾ ਹੈ ਗੱਡੀਆਂ ਦਾ ਕਾਫਲਾ ਆਉਂਦਾ ਹੁੰਦਾ ਹੈ ਜਦੋਂ ਕੋਈ ਮਿਨਿਸਟਰ ਜਾਂਦਾ ਹੈ, ਚੀਫ ਮਿਨਿਸਟਰ ਜਾਂਦਾ ਹੈ, ਤਾਂ ਜਿਹਨੂੰ ਅਸੀਂ ਕਾਫਿਲਾ ਕਹਿੰਦੇ ਆ। काफी इंग्लिश होंगे, उन्हां चों एक इंग्लिश मैंने दस सी कि कैवलकेड। कैवलकेड दा मतलब की हुंदा काफिला। तां हुण सानू ये समझ आ गई, मिनिस्टर्स कैवलकेड अटैक दा मतलब की हो गया मंत्री दे काफिले ते हमला किया गया। यस, मंत्री दे काफिले ते हमला किया गया। ये ਅਸੀਂ डमी हेडलाइंस पढ़ रहे हैं न्यूज़पेपर पढ़ना सीखने दे लिए। सो ਜਦੋਂ भी कैवलकेड वर्ड आ जाए तो ਆਪਾਂ ਕੀ ਕਵਾਂਗੇ? ਇਹਦਾ मतलब ਕੀ है? काफिला कहांगे। तो आओ आप चलिए हुण अपने को 19th हेडलाइन के ऊपर। तो आप इंग्लिश नू इंप्रूव कर रहे हैं, अखबार पढ़ना सीख रहे हैं। आप ये चीज़ों तो बिना न्यूज़पेपर पढ़ना बहुत औखा हो जाता है। 19th हेडलाइन आओ आप समझिए थे कि देखो, मान लो साडे को एक हेडलाइन आई है, बोथ मिनिस्टर्स एट डैगर्स ड्रॉन। बोथ मिनिस्टर्स एट डैगर्स ड्रॉन। बहुत सानू हेडलाइन आ मिलेगी। इच मेन गल की है एट डैगर्स ड्रॉन। हुण मैं बहुत बारी देखिया है कि स्टूडेंट्स नू जदों किया जाता है, या बहुतिआं नू भी इहदा मीनिंग कढो की है, बोथ मिनिस्टर्स एट डैगर्स ड्रॉन। तो कई बार समझ नहीं आउंदा कि इहदा मीनिंग की निकलिया है। मिनिस्टर सानू समझ आ गए, दोनों मंत्री एट डैगर्स ड्रॉन का मतलब यार अनएबल टू अंडरस्टैंड। मैं समझाउंदा तुहानू। असल दे विच इहनू समझण दे लई आपां काम करदे हां। पहला एक वर्ड लिखदे हां डैगर, DAGGER। अक्सर डैगर नू खंजर कहा जाता है, जिवें चाकू हुंदा है, तलवार हुंदी है, खंजर कह दिंदे असीं। डैगर दा अक्सर मतलब लेता जाता है खंजर। अच्छा, ड्रॉ मैंने बाहर कढना, समझने की कोशिश करनी है प्लीज। ये इडियम एक्सप्रेशन किवें बनिया भी? ਇਹਦਾ मतलब ये हो गया ਜਦੋਂ दो मंत्री ਜਾਂ ਜਦੋਂ कोई बंदे एट डैगर्स ड्रॉन वाली स्थिति च होण, ਇਹਦਾ मतलब दोनों दे खंजर बाहर ने। एक मुहावरा है, सच्ची ने खंजर नहीं, मुहावरा है। ਇਹਦਾ मतलब दोनों दुश्मनी ते ने। सो ਜਦੋਂ ਆਪਾਂ ਇਹ ਕਹਿਣਾ ਹੋਵੇ ਦੋਨਾਂ ਦੀ ਹੁਣ ਦੁਸ਼ਮਣੀ ਚੱਲ ਪਈ, दोनों दुश्मनी ते हो गए, ਹੁਣ दुश्मन हो गए एक दूजे ਦੇ, ਹੁਣ ਤਾਂ दोनों दुश्मन हो गए, ਤਾਂ अक्सर न्यूज़पेपर्स ਦੇ ਵਿੱਚ ਕੀ ਕਿਹਾ ਜਾਂਦਾ ਹੈ कि they are at daggers drawn। ईज़एमआर मैं क्या हेडलाइंस ਦੇ ਵਿੱਚੋਂ ਕਈ ਵਾਰ ਬਾਹਰ ਕੱਢ ਦਿੰਦੇ ਨੇ। ਸੋ ਜਦੋਂ ਵੀ ਆ ਜਾਵੇ at daggers drawn, ਤਾਂ ਇਹਦਾ मतलब ਹੁੰਦਾ ਹੈ ਦੁਸ਼ਮਣੀ ਤੇ ਹੋਣਾ, ਦੁਸ਼ਮਣੀ ਵਾਲੀ ਸਥਿਤੀ ਵਿੱਚ ਹੋਣਾ, एक दूजे ਦੇ दुश्मन होना। हुण ਸਾਨੂੰ ਇਹ हेडलाइन समझ आ जाएगी। तो ਜਦੋਂ ਇਹਨੂੰ नीचे न्यूज़ पढ़ोगे तो things will be pretty much clear कि both ministers at daggers drawn means दोनों मंत्री हुण दुश्मन हो गए, दुश्मनी ते आ गए। हुण सो ਇਹਨੂੰ याद रखना है कि both ministers at daggers drawn। हुण मैं ਦੱਸਦਾ ਤੁਹਾਨੂੰ ਇਹ ਚੀਜ਼ समझ आएगी। हुण ਆਪਾਂ ਚੱਲਦੇ ਹਾਂ ਆਪਣੀ 20th हेडलाइन ਦੇ ਉੱਪਰ। 20th हेडलाइन की है, देखो ये भी बहुत आम होती है। Scribes, एक कल भी पढ़े सी वर्ड, Scribes called off stir, STIR stir। न्यूज़पेपर दे विच बहुत ही ज्यादा यूज होने वाले वर्ड ने। Scribes called off stir,
पहली गल तो कई बार सानू ये नहीं पता लगता कि सब्सक्राइब्स की चीज है, सब्सक्राइब्स SCRIBES। तो तुसी नु याद रखना है सब्सक्राइब्स का मतलब हुंदा है पत्रकार। मैं कल भी दस्या सी सब्सक्राइब्स का मतलब हुंदा है पत्रकार। हुण जे सानू आए लगदा भी पत्रकारां दी इंग्लिश सिर्फ प्रेस रिपोर्टर ते मीडिया पर्सनस हुंदी है तो फिर सानू ये समझ नहीं आनी गल। तो तुसी याद रखना है, यू हैव टू बेयर दिस थिंग इन माइंड कि सब्सक्राइब का मतलब पत्रकार हुंदा है। Scribes call of stir, आ जेड़ा वर्ड है stir ये भी बहुत होता है STIR stir, ਇਹਦੇ मैंने हिलाना भी होता है। लेकिन ਇੱਥੇ ਕੀ है stir ਦਾ मतलब ਅੰਦੋਲਨ ਹੁੰਦਾ है। yes stir means ਕੀ ਹੁੰਦਾ ਹੈ ਅੰਦੋਲਨ ਹੁੰਦਾ ਹੈ, ਇਹਨੂੰ ਯਾਦ ਰੱਖਣਾ ਹੈ। ਅੰਦੋਲਨ ਨੂੰ ਅਸੀਂ ਇੰਗਲਿਸ਼ ਦੇ ਵਿੱਚ ਕਹਿੰਦੇ ਹੁੰਦੇ, ਮੈਂ ਹਿੰਦੀ ਚ ਲਿਖ ਦਿੰਦਾ ਚਲੋ stir means ਅੰਦੋਲਨ। देखो ਅੰਦੋਲਨ वर्ड कितना ਚੱਲਦਾ आम तौर पे, stir means ਕੀ आ गया ਅੰਦੋਲਨ आ गया। तो सब्सक्राइब्स कॉल ऑफ स्टर का मीनिंग किया गया कि पत्रकारां ने अंदोलन कॉल ऑफ कर लिया। हुण आपां ने ये भी सीखना है कि कॉल ऑफ का मीनिंग की हुंदा है। कॉल ऑफ का मतलब हुंदा वापस ले लेना, या आसान भाषा समझ लो समाप्त कर देना, खत्म कर देना। तो इसका मतलब ये हो गया पत्रकारां ने अंदोलन वापस ले लिया, खत्म करता अंदोलन जो उन्होंने शुरू किया सीगा। तो सब्सक्राइब्स मैंने आगे पत्रकार, कॉल ऑफ मीन्स वापस ले लेना, खत्म कर देना। ते स्टर दा मीनिंग किया गया अंदोलन आ गया। हुण आपां चलदे अपनी 21st हेडलाइन दे ऊपर। इन्हां चीज़ां नूं पढ़ना बहुत ही जरूरी है। तो आओ आपां देखिए 21st हेडलाइन की है। एम्प्लॉइज EMPLOYEES एम्प्लॉइज इंटेंसिफाइड। सो जे तुसीं न्यूज़पेपर पढ़ोगे तुहानूं ये चीज़ां बहुत दिखणगियां। एजिटेशन AGITATION, तेनू नोट कर लेना। एम्प्लॉइज इंटेंसिफाइड एजिटेशन। हुण इहदा मीनिंग की हो गया एम्प्लॉइज इंटेंसिफाइड एजिटेशन। मैं समझाना एम्प्लॉइज से सानू पता लग गया कौन होंगे ने एम्प्लॉइज, मैंने पता मुलाजम। इत्थे दो वर्ड्स आए ने, इंटेंसिफाई करना ते नाल आया एजिटेशन। इंटेंसिफाई दे भी कई मीनिंग होंगे ने, इन्हां चों इहदा मीनिंग ये सीख लो तेज करना। ते एजिटेशन दा मीनिंग तुसी देख लो संघर्ष। संघर्ष जिन्हों असीं संघर्ष कहने हैं, संघर्ष ओनू एजिटेशन कहते हैं। संघर्ष इंग्लिश की आ गई एजिटेशन आ गई। सो हुण सानू पता लग गया एम्प्लॉइज ने एजिटेशन नू तेज करता। इहदा मतलब मुलाजमा ने जिहड़ा अपना संघर्ष सीगा उन्होंने तेज करता, होर ज्यादा इंटेंसिटी वधाती। तो हुण आपां नूं एक चीज समझ आ गई कि जदों भी ये वर्ड आऊगा इंटेंसिफाई दा मतलब किसी चीज नूं होर तेज करना। स्टर मीन्स आपां पढ़िया सी अंदोलन, ते ओदे ही वर्गी शब्द है, ओदे वर्गा साडे कोल एक शब्द है एजिटेशन। एजिटेशन दा मीनिंग की है साडे कोले संघर्ष कहने हुंदे हैं। चलो ये सी साडी 21st हेडलाइन। हुण अपने कोल हैगी है साडी 22nd हेडलाइन। तो जिन्हां इन्हां नूं आपां स्टडी करांगे उन्नी साडी नॉलेज दे विच वाधा होएगा। ते 22nd देखो की है, गैंग ऑफ थीव्स। गैंग ऑफ थीव्स बस्टर्ड, BUSTED। सिर्फ एनी हेडलाइन है ये बन के। ते मैं हेडलाइंस वो लिख रहे हैं जिहड़ियां कई बारी सानू अक्सर समझ नहीं आउंदियां। गैंग ऑफ थीव्स बस्टर्ड। अच्छा हुण इत्थे सानू इहदा पता लग गया गैंग दा मीनिंग की है। गैंग दा मीनिंग की है, गैंग मतलब पता है गिरोह। थीव्स दा मीनिंग चोर पता है सानू। हुण असीं ये देखना है कि बस्ट दा मीनिंग की हुंदा। बस्ट दा मीनिंग तुसीं याद रखना है, जिहड़ा बस्ट वर्ड है, बस्ट वैसे तो कई मीनिंग हुंदे ने। बस्ट दा मतलब खात्मा करना भी हुंदा है, किसी चीज नूं खत्म करना, ओनू खात्मा करना, ओनू असीं बस्ट कहने हुंदे हैं, बस्ट। तो हुण आपां नूं गल समझ आ गई कि चोरां दे गिरोह दा खात्मा किया गया। अक्सर इसका मतलब यह हुंदा भी पुलिस ने उत्थे रेड मारी, उत्थे दे चोरां दे गिरोह दे बंदे फड़ ले ते सारा गिरोह मुकाता, बस खत्म करता। तो जदों भी शब्द आ जावे बस्ट, तो तुसीं समझ लेना है बस्ट दा मीनिंग की हुंदा है, खत्म करना हुंदा है। बस्ट मीन्स खत्म करना या उहदा खात्मा करना। तो ये शब्द ना अक्सर सुन मैं दसदा, अक्सर तुसीं आम लाइफ भी पढ़ोगे बस्ट तो वर्ड बनता बस्टर, जिहड़ी चीज किसी नूं खत्म कर दे। जिवें तुसीं अक्सर लाइफ च पढ़ोगे एक शब्द स्ट्रेस बस्टर। मान लो आप कहना होवे, कई लोग कहते हैं म्यूजिक इज अ ग्रेट स्ट्रेस बस्टर। म्यूजिक इज अ ग्रेट स्ट्रेस बस्टर। ये मैं वैसे दस रहा हेडलाइन तो बिना,
ਇਹਦਾ ਮਤਲਬ ਮਿਊਜ਼ਿਕ ਸਟ੍ਰੈਸ ਨੂੰ ਖਤਮ ਕਰਨ ਵਾਲੀ, ਸਟ੍ਰੈਸ ਨੂੰ ਘਟਾਉਣ ਵਾਲੀ ਇੱਕ ਬਹੁਤ ਹੀ ਵਧੀਆ ਚੀਜ਼ ਹੈ। ਮਿਊਜ਼ਿਕ ਇਜ਼ ਅ ਗ੍ਰੇਟ ਸਟ੍ਰੈਸ ਬਸਟਰ। ਤਾਂ ਚਲੋ ਆਪਾਂ ਨੇ ਬਸਟ ਨੂੰ ਐਸ ਕੀ ਪੜਿਆ ਸੀਗਾ, ਵਰਬ ਦੇ ਤੌਰ ਤੇ। ਉੱਥੇ ਬਸਟ ਮੀਨਸ ਕੀ ਸੀਗਾ ਸਾਡੇ ਕੋਲੇ? ਖਾਤਮਾ ਕਰਨਾ। ਹੁਣ ਆ ਜਾਓ 23rd ਦੇ ਉੱਪਰ। 23rd ਜਿਹੜੀ ਹੈਡਲਾਈਨ ਹੈ, ਆਓ ਆਪਾਂ ਇਹਨੂੰ ਪੜ੍ਹੀ। ਕੀ ਹੈ? ਲਿਖੋ, ਨਿਊ ਪਾਲਿਸੀ, ਜਿਹੜੀ ਨਵੀਂ ਨੀਤੀ ਹੈ, ਨਿਊ ਪਾਲਿਸੀ ਮਰਡ, MULLED। लिखो, न्यू पॉलिसी मर्ड to rein in drug peddlers, to rein in drug peddlers। ये तुसी नोट कर लो, फिर मैं समझाना है। न्यू पॉलिसी मर्ड, मर्ड वर्ड बहुत आना न्यूज़पेपर च। न्यू पॉलिसी मर्ड to rein in drug peddlers। काफी शब्द आए ने विच, सारी नॉलेज ਵਧੇਗੀ ਇਹਦੇ ਨਾਲ। ਇਹਦੇ ਵਿੱਚ ਇੱਕ ਸ਼ਬਦ ਆਇਆ ਮਲ। ਸੋ ਜਦੋਂ ਵੀ ਮਲ ਵਰਡ ਆ ਜਾਵੇ, ਮਲ, ਤਾਂ ਯਾਦ ਰੱਖਣਾ ਹੈ ਮਲ ਦਾ ਮਤਲਬ ਹੁੰਦਾ ਹੈ ਸੋਚ ਵਿਚਾਰ ਕਰਨਾ, ਗਹਿਰਾਈ ਨਾਲ ਸੋਚਣਾ। ਸੋਚ ਵਿਚਾਰ ਕਰਨ ਨੂੰ ਅਸੀਂ ਮਲ ਕਹਿੰਦੇ ਹੁੰਦੇ ਆ। ਹੁਣ ਸਾਨੂੰ ਇੱਕ ਗੱਲ ਤਾਂ ਸਮਝ ਆ ਗਈ, ਨਿਊ ਪਾਲਿਸੀ ਮਰਡ ਦਾ ਮਤਲਬ ਕੀ ਆ ਗਿਆ ਕਿ ਨਵੀਂ ਨੀਤੀ ਤੇ ਸੋਚ ਵਿਚਾਰ ਕੀਤਾ ਗਿਆ। ਹੁਣ ਦੇਖੋ, ਮੰਨ ਲਓ ਸਾਨੂੰ ਸੋਚਣ ਇੰਗਲਿਸ਼ ਸਿਰਫ ਥਿੰਕ ਆਉਂਦੀ ਹੈ, ਬਹੁਤ ਸਾਰੀ ਹੁੰਦੀਆਂ ਨੇ ਵੈਸੇ, फिर कली थिंक ना न्यूज़पेपर नहीं पढ़ाया जाना साडे तो। ਤਾਂ न्यूज़पेपर पढ़न ਲਈ ਸਾਨੂੰ ਕੁਝ ਖਾਸ ਸ਼ਬਦ ਵੀ ਸਿੱਖਣੇ ਪੈਂਦੇ ਨੇ ਜਿਹੜੇ ਆਫਨ ਨਿਊਜ਼ਪੇਪਰਸ ਦੇ ਵਿੱਚ ਯੂਜ਼ ਹੁੰਦੇ ਨੇ, which are often used in newspapers। ਤਾਂ ਉਹਨਾਂ ਚ ਮੈਂ ਇੱਕ ਵਰਡ ਲਿਖਾ ਮਲ। ਮਲ ਮੀਨਸ ਸੋਚਣਾ, ਸੋਚ ਵਿਚਾਰ ਕਰਨਾ। ਨਿਊ ਪਾਲਿਸੀ ਮਰਡ, ਨਵੀਂ ਨੀਤੀ ਤੇ ਸੋਚ ਵਿਚਾਰ ਕੀਤਾ ਗਿਆ। ਕਾਹਦੇ ਲਈ? ਟੂ rein in, ਮੈਂ ਦੁਬਾਰਾ ਲਿਖ ਦਿੰਦਾ ਇਹ ਵਰਡ REIN, ਥੋੜਾ ਹੋ ਗਿਆ ਸੀ, rein in drug peddlers। ਜਿੱਥੇ ਵੀ ਇਹ ਆ ਜਾਵੇ rein in, रेन इन का मतलब होता है लगाम पाना। हिंदी च ਅਸੀਂ कहते हैं लगाम डालना। सो जिन्हों ਅਸੀਂ लगाम पाना कहने होंगे, देखो कितना होना शब्द लगाम पाना। लगाम पाउन दे इंग्लिश ਤੁਸੀਂ रेन इन याद रखनी है। अगेन से रेन इन, मैं फिर कहना है रेन इन का मतलब की होता है लगाम पाना होता है। बेयर इन माइंड, दिमाग च बिठा लो, रेन इन मींस लगाम पाना। इन्हां दे नाल लगे आंदा अक्सर। हुण इत्थों तक क्लियर हो गया कि नवी नीति ते सोच विचार किया गया लगाम पाउण लई। काहदे पर लगाम पाउण लई? ड्रग पैडलर्स। ड्रग पैडलर्स हुंदे ने नशा वेचण वाले। हाँ जी, पैडलमैन ने वेचना भी हुंदा, थां थां ते जाके बेचना। तां ड्रग पैडलर्स कौन आ गए? नशा वेचण वाले। तां हुण सानू इत्थे मैं लिख देना नशा बेचने वाले। सो हुण सानू इट्स क्लियर, प्रीटी मच क्लियर, सारी खबर समझ आ गई। न्यू पॉलिसी मर्ड मींस नवी नीति ते सोच विचार किया गया ड्रग पैडलर्स, नशा बेचने वाले ते लगाम पाउण दे लई। तां आपां ने पढ़िया मल मींस सोच विचार करना, रेन इन दा मतलब लगाम पाउणा, ते ड्रग पैडलर्स कौन आ गए साडे कोले? नशा बेचण वाले। तां इह सीगी साडे कोले 23rd। हुण आपां चलदे हां अपने कोले 24th दे उपर। मैं फिर दस देवां, ਇਹ प्रोग्राम ब्रिल्स एक्सप्रेस न्यूज़पेपर द्वारा खास तौर ते तुहाडे तक पेश किया जा रहा है। ब्रिल्स एक्सप्रेस दुनिया का इको एक ऐसा अखबार जिस में छपदी है हरेक इंग्लिश के नाल उसकी हिंदी ट्रांसलेशन। चलो हुण आपां चलदे हां अपनी 24th हेडलाइन के ऊपर। वो है, मान लो सिर्फ इन्नी हेडलाइन आ जाए, 1 घंटे का अपनी ये प्रोग्राम है, मान लो सिर्फ इन्नी हेडलाइन आ जाए, दिन इन पार्लियामेंट, सिर्फ इन्नी हेडलाइन आ गई मान लो। हुण कई बारी सानू ये नहीं पता हुंदा कि ना मीनिंग की हो गया। पहली गल तो इनू असीं दिन कहना है, इस ड दिन, डी कहना है, डी दिन। जे सानू नहीं पता बहुत सारे नू ना, तो कई बार असीं इनू की पढ़ांगे दिन इन पार्लियामेंट, सानू ये लगदा पार्लियामेंट च दिन चढ़ गया। नहीं, ये नहीं, ये मैं मजाक किया है। दिन नहीं हुंदा इहदा मतलब, असल दे विच इह हैगा दिन। यस, दिन। दिन दा मतलब हुंदा है रौला रप्पा, हंगामा, शोर शराबा, जिन्हों असीं कह दिंदे हां दिन, ओहदा मतलब रौला हुंदा है। तुसी याद रखियो, ਇਹਦਾ मतलब खबर च कई बार इन्हें लिखा ਹੁੰਦਾ हेडलाइन ਦੇ ਵਿੱਚ, पार्लीमेंट ਦੇ ਵਿੱਚ रौला पै गया, पार्लीमेंट ਦੇ ਵਿੱਚ हंगामा मच गया, पार्लीमेंट ਦੇ ਵਿੱਚ शोर शराबा। तो जिथे भी वर्ड आ जाए दिन, तो तुसी समझ लियो ਇਹਦਾ मतलब ਹੁੰਦਾ है शोर शराबा ਜਾਂ रौला, ਤੇ ਜਾਂ ਅਸੀਂ ਆਮ ਇੰਗਲਿਸ਼ ਦੇ ਵਿੱਚ ਨॉइज कह ਦਿੰਦੇ ਹਾਂ ਅਸੀਂ। ਤਾਂ ਹੁਣ ਤੁਹਾਨੂੰ ਸਮਝ ਆ ਜਾਏਗੀ ਕਿ दिन ਦਾ मतलब ਕੀ ਆ ਗਿਆ, ਇੱਕ ਤਰ੍ਹਾਂ ਨਾਲ नॉइज आ गया एक तरह ਨਾਲ। चलो हुण ਆਪਾਂ ਚੱਲਦੇ ਹਾਂ 25th ਦੇ ਉੱਪਰ। लेकिन इस तो पहले मैं सुन एक चीज होर दस देवां कि हंगामे, रौले रप्पे लई, शोर शराबे लई होर किहड़े-किहड़े वर्ड्स अक्सर चलदे ने, आओ आपां देखीए। तां ओहदे विचों
साडा अगला शब्द है रकस, RUCKUS। जे कदे भी उत्थे लिखिया आ रहे रकस इन पार्लियामेंट ਤਾਂ ਤੁਸੀਂ ਸਮਝ ਲਿਓ ਇਹਦਾ ਮਤਲਬ ਵੀ ਹੁੰਦਾ ਹੈ ਪਾਰਲੀਮੈਂਟ ਵਿੱਚ ਸ਼ੋਰ ਸ਼ਰਾਬਾ, ਹੰਗਾਮਾ, ਰੌਲਾ ਰੱਪਾ। ਤਾਂ ਰਕਸ ਵਰਡ ਬਹੁਤ ਚੱਲਦਾ। ਮੈਂ ਇੱਕ ਦੋ ਹੋਰ ਦੱਸਦਾ ਤੁਹਾਨੂੰ। ਰਕਸ ਤੋਂ ਬਾਅਦ ਇਹਨੂੰ ਆਪਾਂ ਰੱਖ ਕਰਦੇ ਨੇ। ਰਕਸ ਤੋਂ ਬਾਅਦ ਜਿਹੜਾ ਸਾਡਾ ਨੈਕਸਟ ਸ਼ਬਦ ਹੈ ਉਹ ਹੈ, ਤੁਸੀਂ ਨੋਟ ਕਰੋ, ਕਮੋਸ਼ਨ। ਮੈਂ ਸਾਰੇ ਜਿਹੜੇ ਰੌਲੇ ਰੱਪੇ ਲਈ ਆਮ ਤੌਰ ਤੇ ਸ਼ਬਦ ਚੱਲਦੇ ਨੇ ਮੈਂ ਉਹ ਲਿਖਣ ਜਾ ਰਿਹਾ। ਕਮੋਸ਼ਨ ਵਰਡ ਆਮ ਚੱਲਦਾ, ਜਿੱਥੇ ਵੀ ਆ ਜਾਵੇ ਕਮੋਸ਼ਨ। ਮੈਂ ਫੇਰ ਬੋਲਦਾ ਕਮੋਸ਼ਨ, commotion in parliament। ਤਾਂ ਤੁਸੀਂ ਸਮਝ ਲੈਣੇ ਦਾ ਮਤਲਬ ਵੀ ਰੌਲਾ ਰੱਪਾ ਹੁੰਦਾ। ਕਮੋਸ਼ਨ ਤੋਂ ਬਾਅਦ ਅਗਲਾ ਵਰਡ ਲਿਖ ਲਓ ਪੈਂਡਾਮੋਨੀਅਮ। ਇਹ ਦੇਖਣ 'ਚ ਹੀ ਵੱਡਾ ਲੱਗਦਾ ਹੈ ਲੇਕਿਨ ਕੰਮ ਬਹੁਤ ਆਉਂਦਾ ਵਰਡ ਇਹ ਪੈਂਡਾਮੋਨੀਅਮ। ਸੋ ਮੰਨ ਲਓ ਆਪਾਂ ਕਹਿੰਦਾ ਵੀ there was ਪੈਂਡਾਮੋਨੀਅਮ। ਪੈਂਡਾਮੋਨੀਅਮ ਜਿੱਥੇ ਵੀ ਆ ਜਾਵੇ ਤਾਂ ਤੁਸੀਂ ਸਮਝ ਲੈਣਾ, you understand this, ਕਿ ਪੈਂਡਾਮੋਨੀਅਮ ਦਾ ਮੀਨਿੰਗ ਕੀ ਹੁੰਦਾ ਹੈ? ਰੌਲਾ ਰੱਪਾ, ਸ਼ੋਰ ਸ਼ਰਾਬਾ, ਹੰਗਾਮਾ ਕਹਿ ਦਿੰਦੇ ਅਸੀਂ। ਇਸ ਤੋਂ ਬਾਅਦ ਨੈਕਸਟ ਵਰਡ ਹੈ CACOPHONY। ਇਹਨੂੰ ਆਪਾਂ ਆਰਾਮ ਨਾਲ ਪੜ੍ਹਦੇ ਹਾਂ ਕਿਉਂਕਿ ਜਿਹਨੂੰ ਕਾਲੀ ਨਾਲ ਪੜਿਆ ਤਾਂ ਤੁਸੀਂ ਇਹਨੂੰ ਗਲਤ ਨਾ ਕਰ ਜਿਓ। ਮੈਨੂੰ ਆਰਾਮ ਨਾਲ ਸਮਝਾਉਣਾ। ਇਹ ਵਰਡ ਬਹੁਤ ਆਉਂਦਾ ਹੈ ਆਮ ਲਾਈਫ 'ਚ ਵੀ। CACOPHONY। ਬਹੁਤ ਸਾਰੇ ਲੋਕ ਇਹਨੂੰ ਬੋਲਦੇ ਨੇ ਕੈਕੋਫੋਨੀ। ਇਹਨੂੰ ਕੈਕੋਫੋਨੀ ਨਾ ਕਹੋ। ਇਹਦਾ ਜਿਹੜਾ ਸਹੀ ਪ੍ਰੋਨੰਸੀਏਸ਼ਨ ਹੁੰਦਾ ਹੈ ਉਹ ਹੁੰਦਾ ਹੈ ਕਕਫਨੀ। ਮੈਂ ਫਿਰ ਬੋਲਦਾ ਯੈਸ ਕਕਫਨੀ। ਕਕਫਨੀ कहना है, मैं फिर बोल रहा दिस इज ककफनी। ककफनी ਦਾ ਮਤਲਬ ਹੁੰਦਾ ਹੈ ਵੈਸੇ ਮਿਕਸਚਰ ਆਫ ਨੋਇਜ਼ਸ। ਜਿਵੇਂ ਹੁੰਦਾ ਨਹੀਂ ਪਾਰਲੀਮੈਂਟ ਦੇ ਵਿੱਚ ਕੋਈ ਕੀ ਬੋਲ ਰਿਹਾ ਕੋਈ ਕੀ ਬੋਲ ਰਿਹਾ, ਸਮਝ ਕੁਝ ਨਹੀਂ ਆਉਂਦਾ, ਰੌਲਾ ਸੁਣਾਈ ਦਿੰਦਾ। ਇਹ ਵਰਡ ਆਪਾਂ ਉਹ ਵੀ ਕਹਿੰਦੇ ਨੇ ਜਿਵੇਂ ਬੱਸ ਸਟੈਂਡ ਤੇ ਇੱਕ ਰੌਲਾ ਹੁੰਦਾ ਹੈ, ਰੇਲਵੇ ਸਟੇਸ਼ਨ ਤੇ ਇੱਕ ਰੌਲਾ ਹੁੰਦਾ ਹੈ। ਇਸੇ ਤਰ੍ਹਾਂ ਆਪਾਂ ਕਹਿੰਦੇ ਰਿਸੈਸ ਦੇ ਦੌਰਾਨ ਰੌਲਾ ਸੀ ਸਕੂਲ ਦੇ ਵਿੱਚ, ਮਿਕਸਚਰ ਆਫ ਨੋਇਜ਼ਸ। ਆਪਾਂ ਆਮ ਕਹਿੰਦੇ ਨੇ there was a great cacophony at the railway station, there was a great cacophony at the bus stand। ਤਾਂ cacophony ਦਾ मीनिंग ਵੀ ਕੀ ਆ ਗਿਆ? ਰੌਲਾ ਆ ਗਿਆ ਜਾਂ ਸ਼ੋਰ ਸ਼ਰਾਬਾ ਸੀ ਕਹਿ ਦਿੰਦੇ ਆ। ਤਾਂ ਇਹਨਾਂ ਨਾਲ ਰਿਲੇਟਡ ਆਪਾਂ ਵਰਡ ਪੜ੍ਹੇ ਕਮੋਸ਼ਨ, ਪੈਂਡੇਮੋਨੀਅਮ, cacophony, ਰੌਕਸ ਤੇ ਡਿਨ ਵਰਗੇ ਆਪਾਂ ਨੇ ਸ਼ਬਦ ਪੜ੍ਹੇ। ਹੁਣ ਆਪਾਂ ਚੱਲਦੇ ਹਾਂ ਆਪਣੀ 25th ਹੈਡਲਾਈਨ ਦੇ ਉੱਪਰ। ਸੋ ਵੀ ਹੈਵ ਅ ਫਿਊ ਮਿੰਟਸ ਲੈਫਟ। ਆਪਣੇ ਕੋਲੇ 8-9 ਮਿੰਟ ਹੈਗੇ ਤਾਂ ਆਪਾਂ ਪੜ੍ਹਨ ਜਾ ਰਹੇ ਹਾਂ। ਇਸ ਤੋਂ ਬਾਅਦ ਦੇਖੋ 25th ਹੈਡਲਾਈਨ ਕੀ ਹੈ। ਦੇਖੋ ਅਸੀਂ ਲਿਖਿਆ ਇੱਥੇ minister paid homage। minister paid homage to martyrs, MARTYRS। minister paid homage to martyrs। ਹੁਣ ਪਹਿਲੀ ਗੱਲ ਤਾਂ martyrs ਕੀ ਹੁੰਦੇ ਨੇ? ਇਹਦਾ ਮਤਲਬ ਸ਼ਹੀਦ ਆ ਗਏ। martyrs ਮਤਲਬ ਸ਼ਹੀਦ ਤੇ pay homage, paid homage ਉਹਦੀ ਸੈਕੰਡ ਫਾਰਮ ਆ ਗਿਆ। ਸਰਚ ਐਕਸਪ੍ਰੈਸ਼ਨ ਹੁੰਦਾ pay homage। pay homage ਦਾ ਮਤਲਬ ਹੁੰਦਾ ਹੈ ਸ਼ਰਧਾਂਜਲੀ ਦੇਣਾ। ਯੈਸ, ਕਿਸੇ ਨੂੰ ਅਸੀਂ ਸ਼ਰਧਾਂਜਲੀ ਦੇਣੀ ਹੋਵੇ, ਸ਼ਰਧਾਂਜਲੀ, ਉਹਨੂੰ ਅਸੀਂ ਇੱਕ ਤਾਂ ਕਹਿੰਦੇ ਆ pay homage ਤੇ ਇੱਕ ਨੋਟ ਕਰ ਲਓ ਇਹ ਵੀ ਕਹਿੰਦੇ ਹੁੰਦੇ ਆ pay tributes। pay tributes ਤੇ pay homage ਦੋਨਾਂ ਦਾ ਮਤਲਬ ਹੁੰਦਾ ਹੈ ਸ਼ਰਧਾਂਜਲੀ ਦੇਣਾ। ਇੱਕ ਚੀਜ਼ ਨੂੰ ਹੋਰ ਦੱਸ ਦੇਵਾਂ, ਅਕਸਰ, ਹਮੇਸ਼ਾ ਨਹੀਂ, ਅਕਸਰ ਕਿਸੇ ਸ਼ਬਦ ਪਿੱਛੇ AGE ਆ ਜਾਏ ਤਾਂ ਇਹਨੂੰ ਬਹੁਤ ਸਾਰੇ ਲੋਕ ਏਜ ਬੋਲਦੇ ਨੇ। ਕੱਲਾ ਏਜ ਉਮਰ ਹੁੰਦਾ, ਉਹ ਏਜ ਹੀ ਹੁੰਦਾ। ਕਿਸੇ ਵਰਡ ਦੇ ਪਿੱਛੇ ਸ਼ਬਦ ਆ ਜਾਵੇ AGE ਤਾਂ ਤੁਸੀਂ ਨੂੰ ਏਜ ਬੋਲਣ ਦੀ ਬਜਾਏ ਇਜ ਕਹਿਣਾ, ਇਜ। ਜਿਵੇਂ ਇਟ ਇਜ਼ ਨਾਟ ਹੋਮੇਜ, ਇਟ ਇਜ਼ ਹਾਮੇਜ। ਇਸੇ ਤਰ੍ਹਾਂ ਮੈਨੇਜ ਨਹੀਂ ਹੁੰਦਾ, ਮੈਨੇਜ। ਇਸੇ ਤਰ੍ਹਾਂ ਡੈਮੇਜ ਨਹੀਂ ਹੁੰਦਾ, ਡੈਮੇਜ। ਇਸੇ ਤਰ੍ਹਾਂ ਪਿੰਡ ਦੀ ਇੰਗਲਿਸ਼, ਗਾਉਂ ਦੀ ਇੰਗਲਿਸ਼ ਵਿਲੇਜ ਨਹੀਂ ਹੁੰਦੀ। ਕਈ ਕਹਿਣਗੇ ਵਿਲੇਜ, ਇਟਸ ਵਿਲੇਜ, ਨਾ ਕਿ ਵਿਲੇਜ ਕਹਿਣਾ। ਸੋ ਹੁਣ ਆਪਾਂ ਨੂੰ ਕਲੀਅਰ ਹੋ ਗਿਆ ਕਿ ਮੰਤਰੀ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਜਾਂ ਸ਼ਰਧਾਂਜਲੀ ਦਿੱਤੀ। ਤਾਂ ਆਓ ਆਪਾਂ ਚੱਲੀਏ ਹੁਣ ਆਪਣੀ 26th ਹੈਡਲਾਈਨ ਦੇ ਉੱਪਰ। 26th ਹੈਡਲਾਈਨ ਕੀ ਕਹਿ ਰਹੀ ਹੈ, ਆਓ ਆਪਾਂ ਧਿਆਨ ਨਾਲ ਦੇਖੀਏ। ਦੇਖੋ devotees paid obeisance। ਚਲੋ ਅੱਗੇ ਆਪਾਂ ਲਿਖਦੇ ਨੇ at golden temple। devotees paid obeisance at golden temple। अच्छा, devotees ਦਾ ਮਤਲਬ ਕੌਣ ਹੁੰਦੇ ਨੇ? ਸ਼ਰਧਾਲੂ। ਤਾਂ ਲਿਖ ਲਓ devotees means ਕੌਣ ਆ ਗਏ? ਸ਼ਰਧਾਲੂ। ਸ਼ਰਧਾਲੂਆਂ ਦੀ ਇੰਗਲਿਸ਼ ਕੀ ਆ ਗਈ ਆਪਣੇ ਕੋਲੇ? devotees। devotees means ਸ਼ਰਧਾਲੂ। ਅੱਛਾ, ਜਿਹੜਾ ਆ ਸ਼ਬਦ ਲਿਖਿਆ paid obeisance, ਅਸਲ ਦੇ ਵਿੱਚ ਜਿਹੜਾ ਸ਼ਬਦ ਹੁੰਦਾ ਹੈ ਉਹ ਤਾਂ ਮੈਂ ਸੈਕੰਡ ਫਾਰਮ ਲਿਖੀ ਹੈ, ਉਹ ਹੁੰਦਾ ਹੈ pay obeisance। pay obeisance ਦਾ ਮਤਲਬ ਹੁੰਦਾ ਹੈ ਮੱਥਾ ਟੇਕਣਾ। ਤਾਂ ਹੁਣ ਸਾਨੂੰ ਸਮਝ ਆ ਗਿਆ ਕਿ ਸ਼ਰਧਾਲੂਆਂ ਨੇ ਗੋਲਡਨ ਟੈਂਪਲ ਵਿਖੇ
ਮੱਥਾ ਟੇਕਿਆ। ਹਾਂਜੀ, ਤਾਂ ਪੇ obeisance ਦਾ मीनिंग ਕੀ ਹੁੰਦਾ ਤੁਸੀਂ ਸਾਰਿਆਂ ਨੇ ਯਾਦ ਰੱਖਣਾ ਹੈ, ਮੱਥਾ ਟੇਕਣਾ। ਮੱਥਾ ਟੇਕਣਾ ਹਿੰਦੀ ਚ ਕਹਿੰਦੇ ਨੇ ਪੇ obeisance मीन्स ਮੱਥਾ ਟੇਕਣਾ। ਉਹ ਕਲੀਅਰ ਹੋ ਗਿਆ ਕਿ ਡਿਵੋਟੀਜ਼ ਨੇ ਗੋਲਡਨ ਟੈਂਪਲ ਵਿਖੇ ਮੱਥਾ ਟੇਕਿਆ। ਸੋ ਇੱਕ ਚੀਜ਼ ਮੈਂ ਇੱਥੇ ਹੋਰ ਦੱਸ ਦੇਵਾਂ, ਕਈ ਵਾਰ ਨਾ ਨਿਊਜ਼ਪੇਪਰ ਦੇ ਵਿੱਚ ਬਹੁਤ ਆਉਂਦਾ ਸ਼ਬਦ, ਉਹ ਹੈ ਕੰਸੀਕ੍ਰੇਟਡ ਜਾਂ ਕੰਸੀਕ੍ਰੇਟਰੀ ਫੂਡ ਲਿਖਤਾ ਚਲੋ। ਜਿੱਥੇ ਵੀ ਇਹ ਵਰਡ ਆ ਜਾਵੇ ਕੰਸੀਕ੍ਰੇਟਡ ਜਾਂ ਕੰਸੀਕ੍ਰੇਟਰੀ ਫੂਡ, ਕੰਸੀਕ੍ਰੇਟਰੀ ਫੂਡ, ਤਾਂ ਯਾਦ ਰੱਖਣਾ ਇਹਦਾ ਮਤਲਬ ਹੁੰਦਾ ਹੈ ਪ੍ਰਸ਼ਾਦ। ਹਿੰਦੀ ਚ ਅਸੀਂ ਪ੍ਰਸਾਦ ਕਹਿ ਦਿੰਦੇ ਅਸੀਂ। ਸੋ ਜੇ ਤੁਸੀਂ ਵੈਸੇ ਵੀ ਸਿੱਖਣੀ ਹੈ ਪ੍ਰਸ਼ਾਦ ਦੀ ਇੰਗਲਿਸ਼, ਹੋਰ ਵੀ ਹੁੰਦੀਆਂ ਨੇ ਨੋ ਡਾਊਟ, ਤਾਂ ਉਹਨਾਂ ਚੋਂ ਇੱਕ ਵਰਡ ਨਿਊਜ਼ਪੇਪਰ ਦੇ ਵਿੱਚ ਬਹੁਤ ਚੱਲਦਾ ਹੈ ਕੰਸੀਕ੍ਰੇਟਰੀ ਜਾਂ ਕੰਸੀਕ੍ਰੇਟਡ ਫੂਡ। ਤਾਂ ਯਾਦ ਰੱਖਣਾ ਹੈ ਕੰਸੀਕ੍ਰੇਟਡ ਫੂਡ ਮੀਨਸ ਕੀ ਆ ਗਿਆ, ਪ੍ਰਸ਼ਾਦ ਆ ਗਿਆ ਸਾਡੇ ਕੋਲੇ। ਸੋ ਇਸ ਤੋਂ ਬਾਅਦ ਆਓ ਆਪਾਂ ਅੱਗੇ ਚੱਲੀਏ। ਹੁਣ ਸਾਡੀ ਹੈਗੀ ਹੈ 27th ਹੈਡਲਾਈਨ। ਸੋ ਅ ਫਿਊ ਮਿੰਟਸ ਲੈਫਟ, ਆਪਾਂ ਹੈਡਲਾਈਨਸ ਨੂੰ ਅੱਗੇ ਵਧਾਉਣੇ ਹੈ। ਮੰਨ ਲਓ ਸਾਡੇ ਕੋਲੇ ਹੈਡਲਾਈਨ ਆ ਗਈ, ਦੇਖੋ ਆਪੋਜੀਸ਼ਨ, ਕਈ ਵਾਰ ਆਪੋਜੀਸ਼ਨ ਵੀ OPPN ਲਿਖਿਆ ਹੁੰਦਾ ਹੈ, ਆਪੋਜੀਸ਼ਨ ਫਲੇਡ ਗਵਰਨਮੈਂਟ, ਆਪੋਜੀਸ਼ਨ ਫਲੇਡ ਗਵਰਨਮੈਂਟ। ਹੁਣ ਇਹ ਸਮਝਣਾ ਹੈ ਕਿ ਇਹਦਾ मीनिंग ਕੀ ਹੈ, ਆਪੋਜੀਸ਼ਨ ਫਲੇਡ ਗਵਰਨਮੈਂਟ। ਜਿੱਥੇ ਵੀ ਵਰਡ ਆ ਜਾਵੇ ਫਲੇ, ਫਲੇ ਸ਼ਬਦ ਅਖਬਾਰਾਂ ਸਾਡੇ ਬਹੁਤ ਆਉਂਦਾ ਹੈ। ਫਲੇ ਦਾ ਮਤਲਬ ਹੁੰਦਾ ਹੈ ਆਲੋਚਨਾ ਕਰਨਾ, ਬਹੁਤ ਆਲੋਚਨਾ ਹੁੰਦੀ ਹੈ ਇੱਥੇ। ਆਲੋਚਨਾ ਕਰਨ ਦੀ ਇੰਗਲਿਸ਼ ਫਲੇ, ਬਹੁਤ ਤਿੱਖੀ ਆਲੋਚਨਾ ਕਰਨੀ। ਮੈਂ ਤੁਹਾਨੂੰ ਹੋਰ ਵੀ ਦੱਸਦਾ ਆਲੋਚਨਾ ਕਰਨ ਦੇ ਲਈ ਕਿਹੜੇ ਕਿਹੜੇ ਵਰਡ ਚੱਲਦੇ ਨੇ, ਉਹਨਾਂ ਨੂੰ ਆਪਾਂ ਸਿੱਖਣਾ ਹੀ ਸਿੱਖਣਾ, ਨਹੀਂ ਸਾਨੂੰ ਅਖਬਾਰ ਨਹੀਂ ਸਮਝ ਆਏਗਾ। ਤਾਂ ਹੁਣ ਕਲੀਅਰ ਹੋ ਗਿਆ ਕਿ ਵਿਰੋਧੀ ਧਿਰ ਨੇ ਸਰਕਾਰ ਦੀ ਆਲੋਚਨਾ ਕੀਤੀ। ਫਲੇ ਮੀਨਸ ਆਲੋਚਨਾ ਕਰਨਾ। ਹੁਣ ਮੈਂ ਤੁਹਾਨੂੰ ਆਲੋਚਨਾ ਕਰਨ ਦੇ ਲਈ ਕੁਝ ਹੋਰ ਵਰਡਸ ਵੀ ਲਿਖ ਕੇ ਦਿਖਾਉਣਾ ਇੱਥੇ, ਕਿਉਂਕਿ ਆਲੋਚਨਾ ਕਰਨਾ ਬਹੁਤ ਹੀ ਆਮ ਹੈ ਸਾਡੇ ਇੱਥੇ, ਤੇ ਸ਼ਬਦ ਵੀ ਇਸੇ ਕਰਕੇ ਨਿਊਜ਼ਪੇਪਰ ਚ ਬਹੁਤ ਆਉਂਦਾ ਹੈ। ਇੱਕ ਤਾਂ ਆਪਾਂ ਵਰਡ ਪੜ੍ਹ ਲਿਆ ਫਲੇ, ਸੈਕਿੰਡ ਵਰਡ ਜਿਹੜਾ ਮੈਂ ਦੱਸਣ ਜਾ ਰਿਹਾ ਉਹ ਹੈ ਕੈਸਟੀਗੇਟ। ਜੇ ਜਦੋਂ ਵੀ ਇਹ ਵਰਡ ਆ ਜਾਵੇ ਕੈਸਟੀਗੇਟ, ਸਿੱਖਣਾ ਹੀ ਸਿੱਖਣਾ ਆਪਾਂ ਨੇ, ਜੋ ਵੀ ਹੋ ਜਾਏ। castigate word is very important word। castigate ਦਾ ਮਤਲਬ ਕੀ ਹੁੰਦਾ ਹੈ, ਆਲੋਚਨਾ ਕਰਨਾ। ਸੈਕਿੰਡ ਵਰਡ ਹੈਗਾ censure, CENSURE। censure ਵਰਡ ਵੀ ਆਪਾਂ ਨੇ ਸਿੱਖਣਾ ਹੀ ਸਿੱਖਣਾ ਹੈ। censure, ਇਹਨੂੰ ਯਾਦ ਰੱਖ ਲਓ, ਮੈਂ ਉੱਚੀ ਉੱਚੀ ਬੋਲ ਰਿਹਾ। censure means ਆਲੋਚਨਾ ਕਰਨਾ। ਮੰਨ ਲਓ ਆਪਾਂ ਕਹਿੰਦੇ ਨੇ opposition censure government, it means opposition ਨੇ ਸਰਕਾਰ ਦੀ ਆਲੋਚਨਾ ਕੀਤੀ। ਥਰਡ ਵਰਡ ਲਿਖ ਲਓ slam। ਵੈਸੇ ਸਲੈਮ ਦਾ ਮਤਲਬ ਹੁੰਦਾ ਟੂ ਹਿਟ ਹਾਰਡ, ਕਿਸੇ ਨੂੰ ਮਾਰਨਾ ਜ਼ੋਰ ਦੀ, ਲੇਕਿਨ ਇਹੀ ਸ਼ਬਦ ਜਦੋਂ ਪੋਲਿਟਿਕਸ ਚ ਆ ਜਾਂਦਾ ਅਕਸਰ, ਤਾਂ ਉਦੋਂ ਆਪਾਂ ਕਹਿੰਦੇ ਹੁੰਦੇ ਆ ਸਲੈਮ ਦਾ ਮਤਲਬ ਆਲੋਚਨਾ ਕਰਨਾ ਵੀ ਹੁੰਦਾ ਹੈ। ਆਪਾਂ ਕਹਿੰਦੇ ਆਪੋਜੀਸ਼ਨ ਸਲੈਮਡ ਗਵਰਨਮੈਂਟ, ਇਹਦਾ ਮਤਲਬ ਆਪੋਜੀਸ਼ਨ ਨੇ ਸਰਕਾਰ ਦੀ ਆਲੋਚਨਾ ਕੀਤੀ। ਇਸ ਤੋਂ ਬਾਅਦ ਚੌਥਾ ਵਰਡ ਮੈਂ ਲਿਖਣ ਜਾ ਰਿਹਾ, ਲਿਖ ਲਓ ਲੈਂਬੇਸਟ ਹੁੰਦਾ ਵਰਡ, ਤੁਹਾਨੂੰ ਅਕਸਰ ਮਿਲੇਗਾ ਨਿਊਜ਼ਪੇਪਰ ਦੇ ਵਿੱਚ। ਵੈਸੇ ਦਾ ਨਾਮ ਹੀ ਇਹੋ ਜਿਹਾ ਯਾਦ ਹੋ ਜਾਊਗਾ, ਲੈਂਬੇਸਟ। ਜਦੋਂ ਵੀ ਇਹ ਵਰਡ ਆ ਜਾਵੇ ਲੈਂਬੇਸਟ, ਤਾਂ ਨੈਵਰ ਫੋਰਗੇਟ ਲੈਂਬੇਸਟ ਦਾ मीनिंग ਕੀ ਹੁੰਦਾ ਹੈ, ਆਲੋਚਨਾ ਕਰਨਾ। ਮੰਨ ਲਓ ਆਪਾਂ ਕਹਿਣਾ ਹੋਵੇ opposition lambasted government, lambasted, ਮੈਂ ਬਾਰ-ਬਾਰ ਤਾਂ ਬੋਲਦਾ ਤਾਂ ਕਿ ਯਾਦ ਹੋ ਜਾਂਦਾ ਤੁਹਾਡੇ। lambast means ਆਲੋਚਨਾ ਕਰਨੀ। ਤੇ ਲਾਸਟ ਇੱਥੇ ਮੈਂ ਇਸ ਆਲੋਚਨਾ ਕਰਨ ਦਾ ਇੱਕ मीनिंग ਹੋਰ ਲਿਖਦਾ, ਥਰੋ ਬ੍ਰਿਕਬੈਟਸ। ਹੁਣ ਤੁਸੀਂ ਇਹਨੂੰ ਸਮਝਣਾ ਹੈ, ਪਹਿਲਾਂ ਲਿਖ ਲਓ ਥ्रो ब्रिकबैट्स, BRICKBATS। ਵੈਸੇ ਆਮ ਆਸਾਨ ਭਾਸ਼ਾ ਚ ਬ੍ਰਿਕਬੈਟਸ ਦਾ ਮਤਲਬ ਅਸੀਂ ਕਹਿੰਦੇ ਨੇ ਇੱਟਾਂ ਰੋੜੇ। ਆਮ ਤੌਰ ਤੇ ਕਿਹਾ ਮੈंने, ਇੱਟਾਂ ਰੋੜੇ ਕਹਿੰਦੇ ਨੇ। ਤਾਂ ਇਹਦੀ ਪੰਜਾਬੀ ਦਾ ਬਣ ਗਈ ਕਿਸੇ ਦੇ ਇੱਟਾਂ ਰੋੜੇ ਮਾਰਨੇ। ਹੁਣ ਤੁਸੀਂ ਕਹੋਗੇ ਸਰ ਅਸੀਂ ਤਾਂ ਆਲੋਚਨਾ ਕਰਨ ਦੀ ਇੰਗਲਿਸ਼ ਕਰ ਰਹੀ ਸੀ, ਅਬ ਵਿੱਚ ਇੱਟਾਂ ਰੋੜੇ ਮਾਰਨ ਦੀ ਇੰਗਲਿਸ਼ ਕਿੱਥੋਂ ਆ ਗਈ? ਦੇਖੋ ਕਿਸੇ ਦੇ ਇੱਟਾਂ ਰੋੜੇ ਵਗਾ ਕੇ ਮਾਰਨੇ, ਇਹਦਾ ਮਤਲਬ ਇਡੀਓਮੈਟਿਕਲੀ ਇਹ ਕਿਹਾ ਜਾਂਦਾ ਵੀ ਕਿਸੇ ਦੀ ਆਲੋਚਨਾ ਕਰਨੀ। मान लो अपने को एक हेडलाइन आ जावे, सुनो बस कि ऑपोजिशन, अपने को हेडलाइन आ गई, मान लो ऑपोजिशन थ्रू ब्रिकबैट्स, ऑपोजिशन थ्रू ब्रिकबैट्स ऑन गवर्नमेंट। तेरा मतलब की है उन्होंने सरकार की आलोचना की। सो ये आ गई साडी आलोचना करन दी इंग्लिश। आओ हुण आपां एक हेडलाइन वाल होर पढ़िए, होर वधिया आपां। तो देखो ध्यान नाल, मान लो साडे कोल एक हेडलाइन है, देखो कार एंड ट्रक, car and truck collided head on, car and truck collided head on। collide ਦਾ ਮਤਲਬ ਹੁੰਦਾ ਹੈ ਟਕਰਾਉਣਾ।
लेकिन collide head on ਦਾ ਮਤਲਬ ਹੁੰਦਾ ਹੈ ਸਿੱਧਾ ਟਕਰਾਉਣਾ। ਤਾਂ ਹੁਣ ਆਪਾਂ ਨੂੰ ਸਮਝ ਆ ਗਈ ਗੱਲ ਕਿ ਕਾਰ ਅਤੇ ਟਰੱਕ ਕੀ ਨੇ, ਸਿੱਧੀ ਉਹਨਾਂ ਦੀ ਟੱਕਰ ਹੋ ਗਈ, ਸਿੱਧਾ ਟਕਰਾ ਗਏ। ਤਾਂ collide head on ਦਾ ਮਤਲਬ ਕੀ ਹੁੰਦਾ ਹੈ, ਸਿੱਧਾ ਟਕਰਾਉਣਾ ਹੁੰਦਾ ਹੈ। ਅੱਛਾ ਇੱਥੇ ਤੁਹਾਨੂੰ ਮੈਂ ਇੱਕ ਦੋ ਸ਼ਬਦ ਦੱਸ ਦੇਵਾਂ, ਫਿਰ ਮੈਂ ਇਜਾਜ਼ਤ ਲਊਂ ਤੁਹਾਡੇ ਤੋਂ ਕਿ collide head on ਦਾ ਮੀਨਿੰਗ ਮੈਂ ਦੱਸ ਦਿੱਤਾ, ਸਿੱਧਾ ਟਕਰਾਉਣਾ ਆ ਗਿਆ। ਥੋੜੇ ਜਿਹੇ ਵਰਡਸ ਮੈਂ ਹੋਰ ਦੱਸ ਦੇਣੇ ਇਹਦੇ ਨਾਲ ਰਿਲੇਟਡ। ਤੁਸੀਂ ਜਦੋਂ ਨਿਊਜ਼ਪੇਪਰ ਪੜੋਗੇ ਇੱਕ ਸਾਨੂੰ ਸ਼ਾਇਦ ਉੱਥੇ ਵਰਡ ਐਕਸਪ੍ਰੈਸ਼ਨ ਮਿਲੇ ਪਿਲੀਅਨ ਰਾਈਡਰ। ਪਿਲੀਅਨ ਰਾਈਡਰ ਨੋਟ ਕਰ ਲਓ ਜਲਦੀ, we just 1 minute left। ਪਿਲੀਅਨ ਰਾਈਡਰ, PILLION, ਦਿਸ ਇਜ਼ ਪਿਲੀਅਨ ਰਾਈਡਰ। ਕੌਣ ਹੁੰਦਾ ਹੈ? ਜਿਹੜਾ ਸਕੂਟਰ ਜਾਂ ਮੋਟਰਸਾਈਕਲ ਚਲਾ ਰਿਹਾ ਉਹ ਨਹੀਂ ਪਿਲੀਅਨ ਰਾਈਡਰ ਹੁੰਦਾ। ਪਿਲੀਅਨ ਰਾਈਡਰ ਹੁੰਦਾ ਜਿਹੜਾ ਚਾਲਕ ਦੇ ਪਿੱਛੇ ਬੈਠਾ ਹੈ। ਜਿਹੜਾ ਚਾਲਕ ਦੇ ਪਿੱਛੇ ਬੈਠਾ ਉਹਨੂੰ ਅਸੀਂ ਕਹਿੰਦੇ ਹੁੰਦੇ ਆ ਪਿਲੀਅਨ ਰਾਈਡਰ। ਮੰਨ ਲਓ ਕਦੇ ਵੀ ਨਿਊਜ਼ ਆ ਜਾਵੇ ਕਿ ਪਿਲੀਅਨ ਰਾਈਡਰ ਵੀ ਜ਼ਖਮੀ ਹੋ ਗਿਆ, ਪਿਲੀਅਨ ਰਾਈਡਰਸ ਲਈ ਸਰਕਾਰ ਨੇ ਹੈਲਮਟਸ ਕੰਪਲਸਰੀ ਕਰਤੇ, ਤਾਂ ਤੁਸੀਂ ਯਾਦ ਰੱਖਣਾ ਹੈ ਪਿਲੀਅਨ ਰਾਈਡਰ ਦਾ ਮੀਨਿੰਗ ਵੀ ਕੀ ਹੁੰਦਾ ਹੈ, ਜਿਹੜਾ ਕਿ ਪਿੱਛੇ ਬੈਠਾ ਹੈ, ਉਹ ਆਪ ਨਹੀਂ ਰਾਈਡ ਕਰ ਰਿਹਾ, ਜਿਹੜਾ ਕਿ ਉਸ ਚਾਲਕ ਦੇ ਪਿੱਛੇ ਬੈਠਾ ਉਹਨੂੰ ਅਸੀਂ ਕਹਿੰਦੇ ਹੁੰਦੇ ਆ ਪਿਲੀਅਨ ਰਾਈਡਰ ਕਹਿੰਦੇ ਹੁੰਦੇ ਆ। ਸੋ ਅੱਜ ਆਪਾਂ ਨੇ ਸਾਰੀਆਂ ਹੈਡਲਾਈਨਸ ਕੀਤੀਆਂ। ਇਹਨਾਂ ਹੈਡਲਾਈਨਸ ਨੂੰ ਆਈ ਹੋਪ ਤੁਹਾਨੂੰ ਸਾਰਾ ਕੁਝ ਸਮਝ ਆਇਆ ਹੋਵੇਗਾ। ਤੇ ਅੱਜ ਮੈਂ ਇੱਥੇ ਫਿਰ ਤੁਹਾਨੂੰ ਦੱਸ ਦੇਵਾਂ ਕਿ ਇਹ ਨਿਊਜ਼ਪੇਪਰ ਬ੍ਰਿਲਸ ਐਕਸਪ੍ਰੈਸ ਹੈ, ਆਪਣਾ ਇੱਕ ਵੱਖਰੀ ਤਰ੍ਹਾਂ ਦਾ ਨਿਊਜ਼ਪੇਪਰ। ਇਸ ਨਿਊਜ਼ਪੇਪਰ ਦੇ ਵਿੱਚ ਛਪਦੀਆਂ ਹਰੇਕ ਇੰਗਲਿਸ਼ ਨਿਊਜ਼ ਆਈਟਮ ਦੇ ਨਾਲ ਉਸਦੀ ਹਿੰਦੀ ਚ ਟ੍ਰਾਂਸਲੇਸ਼ਨ, ਤੇ ਸਿਰਫ ਇੰਨਾ ਹੀ ਨਹੀਂ, ਇਹਦੇ ਵਿੱਚ ਡਿਫਿਕਲਟ ਵਰਡਸ ਦੇ ਮੀਨਿੰਗਸ ਵੀ ਦਿੱਤੇ ਜਾਂਦੇ ਨੇ। ਅੱਜ ਆਪਾਂ ਕਾਫੀ ਚੀਜ਼ਾਂ ਇਹਦੇ ਨਾਲ ਰਿਲੇਟਡ ਪੜ੍ਹੀਆਂ। ਸੋ ਜਿਹੜੇ ਸਟੂਡੈਂਟਸ ਨਿਊਜ਼ਪੇਪਰ ਪੜ੍ਹਨਾ ਸਿੱਖਣਾ ਚਾਹੁੰਦੇ ਨੇ ਉਹਨਾਂ ਨੂੰ ਇਹ ਅਖਬਾਰ ਜ਼ਰੂਰ ਸਬਸਕ੍ਰਾਈਬ ਕਰਨਾ ਚਾਹੀਦਾ ਹੈ। ਐਂਡ ਆਈ ਐਮ ਸ਼ੂਰ this is going to be extremely helpful in polishing your English skills. So the English skills ਨੂੰ ਬਹੁਤ ਜ਼ਿਆਦਾ ਇਹ polish ਕਰੂਗਾ, plus ਤੁਹਾਨੂੰ ਇੰਗਲਿਸ਼ ਦਾ ਨਿਊਜ਼ਪੇਪਰ ਪੜ੍ਹਨਾ ਇਹ ਸਿਖਾਏਗਾ। ਸੋ ਇੰਨਾ ਕਹਿਣਾ ਹੋਇਆ ਆਪਾਂ ਤੁਹਾਡੇ ਤੋਂ ਇਜਾਜ਼ਤ ਲੈਣੀ ਹੈ। ਤੇ ਅੱਜ ਆਪਣਾ ਲਾਸਟ ਡੇ ਸੀਗਾ ਇਸ ਸੀਰੀਜ਼ ਦੇ ਵਿੱਚ, ਤੇ ਫਿਰ ਆਪਾਂ ਮਿਲਦੇ ਹਾਂ। ਥੈਂਕ ਯੂ ਵੈਰੀ ਮਚ।